ਗੁਰੂ ਨਾਨਕ ਪਾਦ ਪੰਕਜ ਸਿਮਰੋ ਅੰਗਦ ਗੁਰੂ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੀ ਹਰ ਗੋਬਿੰਦ ਸ਼ੁਭ ਸ਼ਮਤ ਪਰਕਾਸ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਵੋਰੀ ਤੇਗ ਬਹਾਦਰ ਪਰਮ ਕਿਰਪਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਦੋਹਰਾ ਦਿਨ ਪੁਸ਼ਕਰ ਇਸ਼ਨਾਨ ਕੋ ਗਏ ਲੋਕ ਸਮੁਦਾਇ ਤਬੇ ਖਾਨ ਖਾਨਾ ਗਇਓ शाह बहादुर थाए। वाहिगुरु जी का खालसा वाहिगुरु जी की फतेह। मन चाहु भया प्रभ आगम सुनिया हर मंगल गाओ सखी गृह मंदिर बनिया। ऐसे धर्म तुरंतर मनुखता दे गुरु धन गुरु तेग बहादुर पातशाह जिन्हां दे पावन अस्थान गुरुद्वारा श्री दुख निवारण साहिब उन्हां दी याद विच जुड़ के असीं सारे गुरु पातशाह दा प्रकाश दिहाड़ा मनाउण दीआं तैयारियां कर रहे हाँ। 10 पातशाहियां वैसे एक ही रूप हैं खालसा जीओ, पर किसी नूं किवें चंगा लगदा है, किसी नूं किवें चंगा लगदा है। किसी नूं गुरु नानक पातशाह दे गुण गाने चंगे लगदे हन। कोई गुरु रामदास पातशाह जी नूं बहुता याद करदा है। ते पटियाले शहर दियां संगतां धन गुरु तेग बहादुर पातशाह, सचखंड श्री हजूर साहिब पटना साहिब, बाला प्रीतम कलगीधर पिता धन गुरु गोबिंद सिंह पातशाह नूं जिस अस्थान ते जेड़े जेड़े गुरु साहिब ने चरण पाए उन्हां इलाके वासियां दी संगतां दी शरधा उन्हां ते वजी हुंदी है। पर जेड़े गुरु के प्यारे हैं सच हिरदे वाले शांत रस वाले उन्होंने सारे गुरु साहब बराबर हैं। खालसा जी
ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਵਾਸਾ ਜਿਹਦੇ ਹਿਰਦੇ ਵਿੱਚ ਹੈ ਨਾ, ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਸਾਰੇ ਬਾਣੀ ਸਰੂਪ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਤੇ ਐਸੇ ਗੁਰੂ ਪਾਤਸ਼ਾਹ ਨੂੰ ਯਾਦ ਕਰਦੇ ਹੋਏ ਅਸੀਂ ਖਾਲਸਾ ਜੀਓ ਸਤਿਗੁਰੂ ਪਾਤਸ਼ਾਹ ਦੇ ਗੁਣ ਗਾ ਰਹੇ ਹਾਂ। ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਵਾਸ ਜਾਮੇ ਧਾਰਨ ਕੀਤੇ ਪਾਤਸ਼ਾਹ ਨੇ, ਪਰ ਸਿਧਾਂਤ ਇੱਕੋ ਹੀ ਰਿਹਾ, ਇੱਕ ਰੱਬ ਨਾ ਦਰਸਤਾ ਸਭ ਨੂੰ ਵਖਾ ਜੀਓ। ਵੱਖ ਵੱਖ ਰੱਬ ਨਹੀਂ, ਇੱਕੋ ਰੱਬ। ਭਾਵੇਂ ਕੋਈ ਹਿੰਦੂ ਹੈ ਉਹਨੂੰ ਵੀ ਕਹਿਣਾ ਭਾਈ ਰੱਬ ਨੂੰ ਯਾਦ ਕਰ ਲੈ, ਕੋਈ ਮੁਸਲਮਾਨ ਮਿਲਿਆ ਉਸ ਨੂੰ ਵੀ ਆਖਿਆ ਭਾਈ ਰੱਬ ਨੂੰ ਯਾਦ ਕਰ ਲੈ। ਤੇ ਆਪ ਤਾਂ ਮਹਾਰਾਜ ਹਰ ਵੇਲੇ ਰੱਬ ਰੱਬ ਜੀ ਕਰਦੇ ਰਹਿੰਦੇ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਦਾ ਦੇਖੋ ਕੈਸਾ ਨਿਰਭਉ ਤੇ ਨਿਰਵੈਰ ਹਿਰਦਾ ਹੈ ਕਿ ਔਰੰਗਜ਼ੇਬ ਜਿਸ ਨੇ ਸਤਿਗੁਰੂ ਪਾਤਸ਼ਾਹ ਦੇ ਲਖਤੇ ਜ਼ਿਕਰ ਉਹਨਾਂ ਨੂੰ ਸ਼ਹੀਦ ਕਰਵਾਉਣ ਲਈ ਕਿਤਨੀਆਂ ਫੌਜਾਂ ਭੇਜੀਆਂ। ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ ਤੇ ਹੋਰ ਬੇਅੰਤ ਫੌਜਾਂ ਲੈ ਕੇ ਆਏ। ਸਾਹਿਬਜ਼ਾਦੇ ਸ਼ਹੀਦ ਹੋਏ, ਅਨੇਕਾਂ ਪਿਆਰੇ ਸ਼ਹੀਦ ਹੋਏ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਬੇਟੇ ਨੂੰ ਹੀ ਮਹਾਰਾਜ ਜੀ ਨੇ ਰਾਜ ਦਿਵਾਇਆ। ਇਹ ਬਹਾਦਰ ਸ਼ਾਹ ਸ਼ਰਧਾਲੂ ਕਿਉਂ ਬਣਿਆ ਮਹਾਰਾਜ ਦਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇੱਕ ਪਾਸੇ ਤਾਂ ਔਰੰਗਜ਼ੇਬ ਬੜਾ ਕੱਟੜ ਵਿਰੋਧੀ, ਗੁਰੂ ਘਰ ਦਾ ਵੈਰੀ। ਬਹਾਦਰ ਸ਼ਾਹ ਜਦੋਂ ਇਹਦਾ ਜਨਮ ਹੋਣਾ ਸੀ ਨਾ, ਤੇ ਗੁਰੂ ਨਾਨਕ ਪਾਤਸ਼ਾਹ ਦੇ 7ਵੇਂ ਸਰੂਪ ਹਨ ਗੁਰੂ ਹਰਿਰਾਏ ਸਾਹਿਬ ਮਹਾਰਾਜ। ਉਹਨਾਂ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਜਦੋਂ ਦਿੱਲੀ ਸਨ, ਔਰੰਗਜ਼ੇਬ ਨੂੰ ਕਰਾਮਾਤਾਂ ਵਿਖਾ ਰਹੇ ਸਨ। ਉਦੋਂ ਖਾਲਸਾ ਜੀ ਇਹਦੀ ਇੱਕ ਰਾਣੀ ਨੂੰ ਜਿਹੜੀ ਪ੍ਰਸੂਤ ਅਵਸਥਾ ਸੀ ਬਹੁਤ ਪੀੜਾ ਹੋ ਰਹੀ ਸੀ, ਤੇ ਬਾਬਾ ਰਾਮ ਰਾਏ ਨੇ ਕਿਹਾ ਵੀ ਜਪਜੀ ਸਾਹਿਬ ਦਾ ਪਾਠ ਕਰੋ। ਜਪਜੀ ਸਾਹਿਬ ਦਾ ਪਾਠ ਦੇਖੋ ਜਿੱਥੇ ਵੀ ਗਏ ਗੁਰੂ ਕੇ ਪਿਆਰੇ ਸਭਨਾਂ ਨੂੰ ਬਾਣੀ ਨਾਲ ਜੋੜਿਆ। ਉਹ ਬਾਣੀ ਨਾਲ ਜੋੜਨ ਕਰਕੇ ਜਦੋਂ ਬਾਣੀ ਦਾ ਪਾਠ ਸਰਵਣ ਕੀਤਾ ਤੇ ਉਹਦੀ ਪ੍ਰਸੂਤ ਦੀ ਪੀੜਾ ਦੂਰ ਹੋਈ। ਉੱਥੋਂ ਬਹਾਦਰ ਸ਼ਾਹ ਦਾ ਜਨਮ ਹੋਇਆ ਖਾਲਸਾ। ਉਹ ਜਿਹਨੇ ਖਾਲਸਾ ਜੀ ਦੀ ਮਾਂ ਨੇ ਸੁਣੀ, ਬਚਪਨ ਤੋਂ ਬਾਣੀ ਦਾ ਰਸ ਜਿਹਨੂੰ ਮਿਲਿਆ ਥੋੜਾ ਬਹੁਤਾ, ਤਾਂ ਹੀ ਸ਼ਰਧਾਲੂ ਬਣੇ ਕਰਦਾ ਖਾਲਸਾ ਜੀ। ਤੇ ਖਾਲਸਾ ਜੀ ਐਸੇ ਬਹਾਦਰ ਸ਼ਾਹ ਨੂੰ ਇੱਕ ਰੱਬ ਦੇ ਪਿਆਰੇ ਮਹਾਨ ਗੁਰਸਿੱਖ ਦਾ ਸੰਗ ਵੀ ਮਿਲਿਆ ਹੈ। ਭਾਈ ਨੰਦ ਲਾਲ ਗੋਇਆ ਜੀ, ਜਿਨ੍ਹਾਂ ਤੋਂ ਗੁਰੂ ਘਰ ਦੀਆਂ ਸਾਖੀਆਂ ਸੁਣਦਾ ਰਿਹਾ, ਗੁਰੂ ਪਾਤਸ਼ਾਹ ਦੀ ਮਹਿਮਾ ਸੁਣੀ ਇਹਨੇ, ਉਸੇ ਕਰੇ ਨੂੰ ਖਾਲਸਾ ਉਹ ਬਾਣੀ ਕਰਕੇ ਇਤਨਾ ਮਹੱਤਵ ਹੈ ਜਪਦਾ ਕਿ ਮੁਸਲਮਾਨ ਵੀ ਇੱਕ ਖਾਲਸਾ ਸ਼ਰਧਾਲੂ ਬਣਿਆ ਮਹਾਰਾਜ ਦਾ। ਐਸਾ ਬਹਾਦਰ ਸ਼ਾਹ ਜਦੋਂ ਪਾਤਸ਼ਾਹ ਦਾ ਦੀਵਾਨ ਸਜਿਆ ਹੋਇਆ, ਇੱਕ ਸਿੱਖਣੀ ਸਿੱਖ ਦੀ ਘਰ ਵਾਲੀ ਉਹ ਪਾਤਸ਼ਾਹ ਨੂੰ ਮੱਥਾ ਟੇਕ ਰਹੀ ਤੇ ਮਹਾਰਾਜ ਦੇ ਕੋਲ ਆ ਕੇ ਖੜੀ ਹੋ ਗਈ। ਉਸੇ ਸਮੇਂ ਥੋੜੀ ਦੇਰ ਬਹਾਦਰ ਸ਼ਾਹ ਆਇਆ ਤੇ ਮਹਾਰਾਜ ਜੀ ਨੇ ਉਹਦੇ ਲਈ ਉੱਚਾ ਆਸਨ ਵਧੀਆ ਵਾਈ ਵੀ ਇੱਥੇ ਬਿਠਾਓ, ਬਾਦਸ਼ਾਹ ਹੈ, ਸਤਿਕਾਰ ਕਰਨਾ ਹੈ। ਸਤਿਕਾਰ ਕੀਤਾ ਬਾਦਸ਼ਾਹ ਨੇ। ਬਹਾਦਰ ਸ਼ਾਹ ਦਾ ਧਿਆਨ ਉਸ ਲੜਕੀ ਵੱਲ ਹੈ, ਨੌਜਵਾਨ ਉਸ ਸਿੱਖਣੀ ਵੱਲ ਹੈ, ਤੇ ਮਹਾਰਾਜ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀ। ਕਹਿਣ ਲੱਗਾ, ਮਹਾਰਾਜ ਜੀ, ਜਿਹੜਾ ਬੰਦਾ ਕੁਰਾਨ ਪੜ੍ਹੇ, ਜਿਹਨੇ ਕੁਰਾਨ ਦੀਆਂ ਕਲਮਾਂ ਪੜ੍ਹੀਆਂ ਹੋਣ, ਉਹਨੂੰ ਮਹਾਰਾਜ ਸਵਰਗਾਂ ਦੀ ਪ੍ਰਾਪਤੀ ਹੁੰਦੀ ਹੈ, ਉਹਦੀ ਮੁਕਤੀ ਹੁੰਦੀ, ਉਹਦਾ ਭਾਵ ਹੁੰਦਾ ਹੈ। ਮਹਾਰਾਜ ਕਹਿੰਦੇ ਨਾ ਹੀ ਇਸ ਤਰ੍ਹਾਂ ਤੇ ਨਹੀਂ ਹੁੰਦਾ। ਕਹਿੰਦਾ ਨਹੀਂ ਮਹਾਰਾਜ,
साडे धर्म विच मनदे हन कि बंदा कलमा पढ़दा होवे उहदा भला हुंदा है। पातशाह कहने चल तुहानूं विखा देने आ। महाराज कहने सिखो इस तरह करो, खजाने विचों ना एक पासे कलमा है, दूजे पासे सन है, संवत है, वो सिक्का लेके आओ। खोटा सिक्का लेके दूजे पासे संवत लेके आओ। पातशाह कहंदे इहनूं लै जाओ बाजार विच, इहदा मुल ते मुल पवा के नूं बना के लेके आओ। इहदे बदले होर कोई चीज लियाओ, कोई पैसे लेके आओ। वो गुरु का प्यारा चला गया। मुसलमाना दा खालसा राज है, सारी थावां ते दुकानां मुसलमाना दियां। जिथे जिथे गया किसी ने उन्हें वेख्या भी नहीं। भाव वगा के परे मार दे, परे लै जा, इनू साडे को लैके आया, ये तो खोटा सिक्का है। 4-5 थावां तो उहदी बेइज्जती भी हुई ते खालसा जी कईयां ने वगा के भी मारे नूं। चलो गुरु का प्यारा खोटा सिक्का लेके वापस आ गया। पातशाह कहने देख बहादुर शाह, तेरा राज है, सारे दुकानदार मुसलमान लगभग, ते इस तेरे राज विच भी एक कलमा लिखिया होया वाला सिक्का भी नहीं चलता पिया। इत्थे नहीं चलता पिया, अगे की कलमा चलणगियां? अगे तो तेरा राज भी नहीं है, अगे तो कुछ भी नहीं है, अगे तो कर्मां दे लेखे होने पाई। जिहड़ा सिमरन भजन करता है, जिहदा हिरदा शुद्ध है, भावें बाणी पढ़े, भावें कलमा पढ़े, भावें कोई भी पढ़े, पढ़ के जिहदा हिरदा शुद्ध हो गया, जिहदे हिरदे च कोई थां टिक गई, सहज रस आ गया, भला उहदा होना है। ते बहादुर शाह खालसा समझ आ गया उन्होंने, कहने लगा महाराज सत बचन भी कलमा नहीं काम आउंदियां। खालसा जीओ, जे हिरदे च कोई नाम रस चला गया, वो सिद्धांत चला गया, जिस अनुसार जीवन ने चलना है, रब दा सिमरन करना है, रब नूं याद करना है, वो तां भला हुंदा है बंदा। फिर जिथे मर्जी रवे बंदा, उहदे लई चढ़दी कला ही है, उहदे लई ये दुनिया ही सचखंड बन जाती है। ते बहादुर शाह का ध्यान उस लड़की वाला है। पातशाह कहते बहादुर शाह, तेरे मन च कोई भैड़ी वासना आ गई? उन्होंने मुंह नीवा कर लिया कि महाराज ने पता लग गया। पातशाह कहते फिक्र ना कर, जे तमन्ना है इन्हू तुहाडे कोल भेज देने आ। बहादुर शाह खुश होकर चला गया। वो बेटी कहने लगी महाराज ये की? गुरु पीरा कोल आइए, साडी पत इज्जत दे राखे तुसी हो, जे तुसी साडी पत इज्जत महाराज बेआबरू करोगे तब महाराज होर किथे जावांगे। पातशाह कहते फिक्र ना कर बेटी, कुछ नहीं होना तेरा, जा। कहती महाराज हुण मैं तुहाडा हुक्म मन के जरूर जाऊनी आ, मैं मोड़ भी नहीं सकती। पातशाह कहते जा, तेरा वाल भी विंगा नहीं होना। वो गई, एक सिख नाल ते एक बादशाह का बंदा नाल जा रहे, एक सज्जे खब्बे विचकार वो सिखनी जा रही है। बादशाह उड़ीक करता है कि कदों वो इस्त्री आ रही है। जब दूरों वेख्या उन्हें, विचकार तो वो रब की प्यारी नाम बाणी दरसी हुई, वो सिखड़ी है ते आले दुआले 2 शेर गुरु महाराज ने भाना वरताया, 2 शेर नजर आन लगे। ते खालसा जो वेख के बड़ा हैरान भी शेरां नूं काबू किया इन्हें, ये तो मैनू खा जाएगी। दूरों इशारा करता लै जाओ इनू फटाफट। तो मन गुरु पातशाह किसी दी पत इज्जत लाण नहीं देंदे। ये तो हर एक दा पर्दा ढकण वाले हैं बेटा। इस तरह धन गुरु गोबिंद सिंह पातशाह कलगीधर महाराज
उस इलाके विच अनेक तरह वरता रहे हैं। आओ होर केड़े केड़े कारज महाराज कर रहे हैं, किवें महाराज बादशाह नूं ज्ञान दे रहे हैं। आओ इस कथा नूं श्रवण करन लई सारे गुरु के प्यारे अपनी सुरती बिरती कागर करिए ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ दिन पुष्कर इशनान को गए लोक समुदाय। महाकवि संतोख सिंह जी बयान कर दे कि जिथे खालसा जी पुष्कर महान तीर्थ है, उथे ही एक ब्रह्मा का बड़ा वड्डा मंदिर अज है। कुछ समय पहले जो औरंगजेब का नाश समा सी, उन्हें नाश करता सी, ਵੱਡੇ ਵੱਡੇ ਤੀਰਥ ਤਬਾਹ ਕਰ ਦਿੱਤੇ ਸਨ। ਤੇ ਉਹ ਤੀਰਥ ਪੁਸ਼ਕਰ ਤੀਰਥ ਬੜਾ ਮਹਾਨ ਤੀਰਥ ਹੈ ਖਾਲਸਾ ਜੀ। ਉੱਥੇ ਦੂਰੋਂ ਦੂਰੋਂ ਲੋਕੀ ਨਹਾਉਣ ਆਉਂਦੇ, ਇਸ਼ਨਾਨ ਕਰਨ ਆਉਂਦੇ। ਐਸਾ ਮਹਾਨ ਤੀਰਥ ਪੁਸ਼ਕਰ ਜਿੱਥੇ ਅਨੇਕ ਤਰ੍ਹਾਂ ਦੇ ਲੋਕ ਇਸ਼ਨਾਨ ਕਰਨ ਆਏ ਹਨ। ਤਬੇ ਖਾਨ ਖਾਨਾ ਗਇਓ शाह बहादुर थाए। उत्थे ही खालसा जीओ खान खाना भी पहुंचिया है। इत्थे ही खालसा जो मुसलमाना दा करे छोटा मक्का भी मनिया जाता है। ये महान ऐसे तीर्थ हैं खालसा जी, जिथे हिंदू मुसलमान आके इशनान भी करते ते आके कई दरगाहां ते मत्थे भी टेकते हैं खालसा जीओ। ते उसे स्थान तो जो सारे हाल नूं वेखिया ते खान खाना बादशाह वाल जान लगा है। जो पई तस्लीमात करी तेर भयो। तीसरे बादशाह को जाके झुक के उन्हें सलाम कीती है। शाह बहादुर बूजन कयो। बहादुर शाह बादशाह पूछन लगा, दसो खान खाना जी की हाल है। नर आयस लेकर गए। मेरे तो बहुत मनुख आज्ञा लैके गए, पेसी इस पुष्कर महान तीर्थ दे विच इशनान करना है। बहुत मनुख ये आज्ञा लैके गए सन। तीरथ मज्जन चाहत भई। जिन्हां दे मन दी तमन्ना सी कि असीं इस तीर्थ विच इशनान करना है। सतगुर तैं को गए के नाई। दसो तुसी उस तीर्थ दे इशनान करने गुरु गोबिंद सिंह महाराज गए कि नहीं गए। जिथे होर लोग अनेक गए होने, अनेक हिंदू गए होने, ते उथे गुरु गोबिंद सिंह महाराज गए कि नहीं गए। कमने जे चात चित माई। ये बादशाह दे मानी तमन्ना है, दसो भाई कि महाराज उधर गए कि नहीं गए। कहे खान खाना मैं हेरे। खान खाना कहन लगा, बादशाह जी मैं इन्हां अखां नाल वेखिया है। रहे गुरु जी अपने डेरे। गुरु गोबिंद सिंह महाराज उस तीर्थ वाल नहीं गए। महाराज तीर्थ दे कंडे ते वाल नहीं गए, स्नान करन नहीं गए। तुमरी दिश ते जाए सुनावो। ते हुणे जाके तुहाडे वल्लों मैं गुरु गोबिंद सिंह महाराज नूं ये गल सुनाउना हां। जथा मनोरथ आन बतावो। जिवें उन्हां दे मन दी तमन्ना है, वो सारी गल पुछ के मैं तुहानू दसदा हां। तब चल के प्रभ के टिग आयो। ते इस तरह बादशाह तो विदायगी लैके खान खाना धन गुरु गोबिंद सिंह महाराज दे कोल आ गया। कयो शाह को सकल सुनायो। जो बादशाह ने आख्या सी भी सतगुरु महाराज ये बादशाह का स्नेहा है कि तुसी नहीं स्नान करना, तुसी भी स्नान करो। समा है जिथे सारे हिंदू स्नान कर रहे हैं, तुसी भी महाराज ये महान पुष्कर तीर्थ है, इत्थे स्नान कर लो। साहिब श्री मुख ते तव कहे। धन गुरु गोबिंद सिंह महाराज कलगीधर पिता जी अपने मुखार बिन तो कहन लगे, सो तीर्थ हिंदुअन के आहे। बादशाह कहन लगे, खान खाना जी बादशाह नू जाके कह देना ओ तीर्थ पुष्कर तीर्थ
ਉਹ ਹਿੰਦੂਆਂ ਦਾ ਤੀਰਥ ਹੈ। ਕਹਾਂ ਜਾਨ ਕਿਆ ਕਾਮ ਹਮਾਰੋ। ਸਾਡਾ ਕੀ ਕੰਮ ਹੈ ਉੱਥੇ ਜਾਣ ਦਾ? ਅਸੀਂ ਥੋੜੀ ਇਸ਼ਨਾਨ ਕਰਨਾ ਹੈ। ਸਾਡਾ ਇਸ਼ਨਾਨ ਤੇ ਰੋਜ਼ ਨਿੱਤਾ ਪ੍ਰਤੀ ਹਰ ਵੇਲੇ ਹੁੰਦਾ ਹੈ। ਸਾਡਾ ਇਸ਼ਨਾਨ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਅਸੀਂ ਤਾਂ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਾਂ। ਉਹ ਬਾਣੀ ਦਾ ਇਸ਼ਨਾਨ ਹੈ, ਆਤਮ ਰਸ ਦਾ ਇਸ਼ਨਾਨ ਹੈ। ਹਰ ਵੇਲੇ ਨਾਮ ਵਿੱਚ ਖੁੱਬੇ ਰਹਿਣਾ, ਇਹ ਖਾਲਸੇ ਦਾ ਇਸ਼ਨਾਨ ਹੈ। ਸੁਨ ਇਮ ਹਜ਼ਰਤ ਨਿਕਟ ਸਿਧਾਰੋ। ਤੇ ਜਦੋਂ ਖਾਨ ਖਾਨੇ ਨੇ ਸੁਣਿਆ ਕਿ ਮਹਾਰਾਜ ਤਾਂ ਉਧਰ ਗਏ ਹੀ ਨਹੀਂ, ਪਾਤਸ਼ਾਹ ਤਾਂ ਕਹਿ ਰਹੇ ਸਾਡਾ ਤੀਰਥ ਹੈ ਹੀ ਨਹੀਂ, ਤੇ ਇਹ ਸੁਣ ਕੇ ਖਾਨ ਖਾਨਾ ਬਾਦਸ਼ਾਹ ਵੱਲ ਚਲਾ ਗਿਆ। ਗੁਰ ਕੀ ਕਹਿਵਤ ਸਕਲ ਸੁਨਾਈ। ਜਿਵੇਂ ਜਿਵੇਂ ਮਹਾਰਾਜ ਜੀ ਨੇ ਆਖਿਆ ਸੀ ਉਹ ਸਾਰੀ ਗੱਲ ਇਹਨੇ ਬਾਦਸ਼ਾਹ ਨੂੰ ਸੁਣਾਈ ਹੈ। ਸੰਸੈ ਭਇਓ ਸ਼ਾਹ ਕੇ ਆਈ। ਬਾਦਸ਼ਾਹ ਦੇ ਮਨ ਵਿੱਚ ਸ਼ੰਕਾ ਆ ਗਿਆ ਕਿ ਮੈਂ ਤਾਂ ਜਾਣਦਾ ਸੀ ਹਿੰਦੂਆਂ ਦੇ ਗੁਰੂ ਹਨ, ਇਹ ਤਾਂ ਕਹਿੰਦੇ ਵੀ ਅਸੀਂ ਕੀ ਜਾਣਾ ਉੱਥੇ ਤੀਰਥ ਦੇ ਕੰਢੇ ਤੇ, ਉਹ ਤਾਂ ਹਿੰਦੂਆਂ ਦਾ ਤੀਰਥ ਹੈ। ਜੇ ਮਹਾਰਾਜ ਹਿੰਦੂ ਨਹੀਂ ਤੇ ਤੀਰਥ ਵੱਲ ਮਹਾਰਾਜ ਉਧਰ ਗਏ ਵੀ ਨਹੀਂ ਮਹਾਰਾਜ, ਤੇ ਹੋਰ ਕੀ ਹਨ ਮਹਾਰਾਜ? ਮੈਂ ਸਮਝਦਾ ਕਿ ਮਹਾਰਾਜ ਹਿੰਦੂਆਂ ਦੇ ਗੁਰੂ ਹੋਣਗੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਹਿੰਦੂਆਂ ਦੇ ਲਈ ਆਪਣੀ ਸ਼ਹੀਦੀ ਦਿੱਤੀ ਹੈ, ਵੀ ਉਹਨਾਂ ਦੇ ਗੁਰੂ ਹੋਣਗੇ। ਤੇ ਇਹਨਾਂ ਦੇ ਮਨ ਵਿੱਚ ਕੋਈ ਹੋਰ ਹੀ ਭਾਵਨਾ ਹੈ, ਇਹ ਕੌਣ ਹਨ? ਮੈਂ ਨਹੀਂ ਜਾਣਦਾ ਇਹਨਾਂ ਬਾਰੇ। ਇਸ ਕਰਕੇ ਬਾਦਸ਼ਾਹ ਦੇ ਮਨ ਵਿੱਚ ਸ਼ੰਕਾ ਆ ਗਿਆ। ਦਿਵਸ ਆਗਲੇ ਪ੍ਰਭੂ ਬੁਲਾਏ। ਤੇ ਖਾਲਸਾ ਜੀ ਅਗਲੇ ਦਿਨ ਬਾਦਸ਼ਾਹ ਨੇ ਮਹਾਰਾਜ ਨੂੰ ਆਪਣੇ ਕੋਲ ਬੁਲਵਾਇਆ ਹੈ ਕਿ ਆਪਣੇ ਬੰਦੇ ਭੇਜ, ਜਾਓ ਮਹਾਰਾਜ ਨੂੰ ਆਖੋ ਵੀ ਸਾਨੂੰ ਆ ਕੇ ਦਰਸ਼ਨ ਦੇਣ। ਚੰਦਨ ਚੌਂਕੀ ਪਰ ਬਿਠਵਾਏ। ਤੇ ਬੜੀ ਸੋਹਣੀ ਚੰਦਨ ਦੀ ਚੌਂਕੀ ਉੱਤੇ ਮਹਾਰਾਜ ਨੂੰ ਬਿਠਾਉਣਾ ਕੀਤਾ ਹੈ। ਬੰਦਨ ਕਰੀ ਪ੍ਰਸੰਗ ਚਲਾਇਓ। ਤੇ ਸਤਿਗੁਰ ਪਾਤਸ਼ਾਹ ਜਦੋਂ ਆਏ ਤੇ ਇਹਨੇ ਮਹਾਰਾਜ ਨੂੰ ਮੱਥਾ ਟੇਕਿਆ ਤੇ ਉਹੀ ਗੱਲ ਚਲਾਈ ਹੈ। ਰਹਾ ਦੋਏ ਕੋ ਤੁਮ ਕੋ ਪਾਇਓ। ਐ ਮਹਾਰਾਜ ਜੀ, ਮੇਰੇ ਮਨ ਵਿੱਚ ਸ਼ੰਕਾ ਹੈ। ਅਸੀਂ ਤਾਂ ਸਮਝਦੇ ਰਹੇ ਕਿ ਤੁਸੀਂ ਹਿੰਦੂ ਹੋ ਮਹਾਰਾਜ। ਵੱਖਰੇ ਵੱਖਰੇ ਹਿੰਦੂ ਅਤੇ ਮੁਸਲਮਾਨ, ਇਹ ਮਹਾਰਾਜ ਸਾਰੀ ਦੁਨੀਆ ਮੰਦੀ ਹੈ। ਕਿਸ ਮਗ ਕੋ ਇਤਕਾਦ ਰਖੰਤੇ। ਤੁਹਾਡਾ ਪਾਸ਼ਾ ਭਰੋਸਾ ਕਿਸ ਮਤ ਉੱਤੇ ਹੈ? ਹਿੰਦੂ ਧਰਮ ਵਿੱਚ ਹੋ ਜਾਂ ਮੁਸਲਮਾਨ ਧਰਮ ਤੇ ਭਰੋਸਾ ਰੱਖਦੇ ਹੋ ਪਾਤਸ਼ਾਹ? ਜੇ ਤੁਸੀਂ ਮਹਾਰਾਜ ਹਿੰਦੂ ਹੋ ਮਹਾਰਾਜ ਤਾਂ ਵੀ ਦੱਸ ਦਿਓ। ਜੇ ਪਾਸ਼ਾ ਤੁਹਾਡਾ ਭਰੋਸਾ, ਤੁਹਾਡਾ ਵਿਸ਼ਵਾਸ, ਤੁਹਾਡਾ ਅਕੀਦਾ ਪਾਤਸ਼ਾਹ ਜੀ ਮੁਸਲਮਾਨਾਂ ਉੱਤੇ ਤਾਂ ਵੀ ਦੱਸ ਦੋ। ਹਿੰਦੂ ਕੇ ਤੁਰਕ ਜਥਾ ਵਰਤੰਤੇ। ਜਿਵੇਂ ਹਿੰਦੂ ਵਰਤਦੇ ਹਨ ਜਾਂ ਤੁਰਕ ਵਰਤਦੇ ਹਨ। ਸੁਨ ਸਾਹਿਬ ਸ਼੍ਰੀ ਮੁਖ ਫੁਰਮਾਏ। ਦੱਸੋ ਮਹਾਰਾਜ ਤੁਸੀਂ ਕੌਣ ਹੋ? ਸਾਨੂੰ ਤਾਂ ਅਜੇ ਸ਼ੰਕਾ ਪਿਆ ਹੋਇਆ ਹੈ ਕਿ ਤੁਸੀਂ ਲੱਗਦੇ ਹਿੰਦੂ ਵੀ ਨਹੀਂ ਤੇ ਮੁਸਲਮਾਨ ਵੀ ਲੱਗਦੇ ਨਹੀਂ। ਦੋਵਾਂ ਦਾ ਮਹਾਰਾਜ ਪੱਖ ਵੀ ਕਰਦੇ ਹੋ ਪਾਤਸ਼ਾਹ, ਗੱਲ ਕੀ ਹੈ? ਤੇ ਇਹ ਗੱਲ ਸੁਣ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਹਿੰਦੂ ਤੁਰਕ ਚਲਤ ਜਿਸ ਭਾਏ। ਮਹਾਰਾਜ ਕਲਗੀਧਰ ਪਿਤਾ ਜੀ ਕਹਿਣ ਲੱਗੇ, ਸੁਣੋ ਬਾਦਸ਼ਾਹ ਜੀ, ਜਿਵੇਂ ਹਿੰਦੂ ਚੱਲਦੇ ਹਨ ਜਾਂ ਤੁਰਕ ਚੱਲਦੇ ਹਨ, ਤੁਰਕ ਕਹਿੰਦੇ ਮੁਸਲਮਾਨ, ਜਿਸ ਧਰਮ ਅਨੁਸਾਰ ਤੁਰਕ ਚੱਲਦੇ ਹਨ ਜਾਂ ਹਿੰਦੂ ਚੱਲਦੇ ਹਨ, ਖੈਰ ਖਾ ਹਮ ਦੋਨੋਂ ਕੇਰ। ਅਸੀਂ ਦੋਵਾਂ ਦਾ ਭਲਾ ਕਰਨ ਵਾਲੇ ਆ। ਆਖੋ ਸਤਨਾਮ। ਪੁਨ ਹਿੰਦੂ ਤੁਰਕਨ ਤੇ ਨਿਆਰਾ, ਰਚਿਓ ਖਾਲਸਾ ਪੰਥ ਕਰਾਰਾ। ਸਾਡਾ ਕਿਸੇ ਨਾਲ ਵੈਰ ਨਹੀਂ ਹੈ, ਨਿਆਰੇ ਵੀ ਆ। ਖਾਲਸਾ ਨਿਆਰਾ ਹੈ, ਖਾਲਸਾ ਦੋਵਾਂ ਦਾ ਭਲਾ ਕਰਨ ਵਾਲਾ ਵੀ ਹੈ। ਅਸੀਂ ਦੋਵਾਂ ਦੀ ਖੈਰ ਖਾਂ ਮੰਗਣ ਵਾਲੇ ਆ। ਇਹ ਭਾਵੇਂ ਕੋਈ ਵੀ ਹੋਵੇ, ਗੁਰੂ ਕਾ ਖਾਲਸਾ ਰੱਬ ਮਹਾਰਾਜ ਗੁਰੂ ਪਾਤਸ਼ਾਹ ਕਿਸੇ ਦਾ ਬੁਰਾ ਨਹੀਂ ਕਰਦੇ। ਤੁਸੀਂ ਝਗੜਦੇ ਹੋਵੋਗੇ, ਅਸੀਂ ਝਗੜਦੇ ਨਹੀਂ। ਅਸੀਂ ਛੋਟੀ ਮੋਟੀ ਗੱਲਾਂ ਲਈ ਝਗੜਾ ਨਹੀਂ ਕਰਦੇ। ਇਸ ਕਰਕੇ ਬਾਦਸ਼ਾਹ
ਅਸੀਂ ਦੋਵਾਂ ਦਾ ਭਲਾ ਮੰਗਦੇ ਹਾਂ। ਦੇ ਉਪਦੇਸ਼ ਜਥਾਇਤ ਹੀਰ, ਜਿਵੇਂ ਅਸੀਂ ਵੇਖਦੇ ਹਾਂ ਉਹਨੂੰ ਉਸ ਤਰ੍ਹਾਂ ਉਪਦੇਸ਼ ਦਿੰਦੇ ਆ। ਭਾਈ ਕੋਈ ਹਿੰਦੂ ਜਿਤਨੀ ਸ਼ਰਧਾ ਲੈ ਕੇ ਆਉਂਦਾ ਇਹਨੂੰ ਕਹਿੰਦੇ ਭਾਈ ਰੱਬ ਦਾ ਸਿਮਰਨ ਕਰ, ਰਾਮ ਰਾਮ ਜਪ ਲੈ। ਜੇ ਕੋਈ ਮੁਸਲਮਾਨ ਆ ਗਿਆ ਭਾਈ ਅੱਲਾਹ ਤਾਲਾ ਨੂੰ ਯਾਦ ਕਰ ਲੈ। ਗੁਰੂ ਨਾਨਕ ਮਹਾਰਾਜ ਜੀ ਨੂੰ ਜਿਹੜਾ ਵੀ ਮਿਲਿਆ ਖਾਲਸਾ ਜੀ ਉਹ ਮਹਾਰਾਜ ਦੇ ਮੁਰੀਦ ਹੋ ਕੇ ਰਹਿ ਗਏ। ਅਨੇਕ ਵੱਡੇ ਵੱਡੇ ਪੀਰ ਮਿਲੇ, ਉਹ ਗੁਰੂ ਨਾਨਕ ਪਾਤਸ਼ਾਹ ਨੂੰ ਜ਼ਾਹਰ ਪੀਰ ਕਹਿਣ ਲੱਗੇ। ਜੇ ਕੋਈ ਹਿੰਦੂ ਮਿਲਦਾ ਹੈ ਕਹਿਣ ਲੱਗੇ ਸਾਡੇ ਗੁਰੂ ਹਨ ਗੁਰੂ ਨਾਨਕ ਪਾਤਸ਼ਾਹ, ਕਿਉਂਕਿ ਪਾਤਸ਼ਾਹ ਦਾ ਸਿਧਾਂਤ ਸਾਰਿਆਂ ਲਈ ਬਰਾਬਰ ਹੈ। ਖਾਲਸਾ ਅੱਜ ਵੀ ਬਰਾਬਰ ਹੈ, ਜੋ ਪਹਿਲਾਂ ਸੀ 550 ਸਾਲ ਪਹਿਲਾਂ ਅੱਜ ਵੀ ਉਹੀ ਹੈ ਤੇ ਅੱਗੇ ਵੀ ਉਹੀ ਰਹੇਗਾ। ਗੁਰੂ ਕੇ ਸਿੰਘ ਗੁਰੂ ਕਾ ਖਾਲਸਾ ਪੰਥ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਇਹ ਸਭ ਲਈ ਸਾਂਝੀ ਹੈ। ਖਾਲਸਾ ਜੀ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਅੱਲਾਹੇ। ਕੋਈ ਕੀ ਜਪਦਾ ਹੈ, ਸਾਰੇ ਕੋਈ ਰੂਪ ਹਨ। ਪਾਤਸ਼ਾਹ ਕਹਿੰਦੇ ਸਾਡੇ ਕੋਲ ਜਿਹੜਾ ਕੋਈ ਆਵੇਗਾ ਸਿੱਖਿਆ ਲੈਣ ਲਈ ਅਸੀਂ ਸ਼ਰਧਾ ਵੇਖਦੇ ਹਾਂ। ਭਾਈ ਸ਼ਰਧਾ ਕਿਤਨੀ ਹੈ, ਠੀਕ ਹੈ, ਕਿਤਨਾ ਇਹਦੇ ਹਿਰਦੇ ਅਕੀਦਾ ਹੈ, ਭਰੋਸਾ ਹੈ, ਇਹ ਕਿਸ ਧਰਮ ਨੂੰ ਮੰਨਣ ਵਾਲਾ। ਜਿਹੜਾ ਜਿਸ ਧਰਮ ਵਿੱਚ ਹੈ ਉਹਨੂੰ ਉਹੀ ਸਿੱਖਿਆ ਬਖਸ਼ਿਸ਼ ਕਰਦੇ ਹਾਂ। ਬੌਰ ਬਹਾਦਰ ਸ਼ਾਹ ਬਖਾਨਾ, ਤੇ ਇਹ ਗੱਲ ਸੁਣ ਕੇ ਬਹਾਦਰ ਸ਼ਾਹ ਫਿਰ ਕਹਿਣ ਲਗਾ ਏਕ ਖੁਦਾਏ ਏਕ ਈਮਾਨਾ। ਐ ਮਹਾਰਾਜ ਈਮਾਨ ਇੱਕ ਹੈ, ਇਸ ਕੀ ਦਿਸ਼ ਹੈ ਹਿਰਦਾ ਤੁਹਾਡਾ ਹਿਰਦਾ ਕਿਸ ਵੱਲ ਹੈ ਮਹਾਰਾਜ। ਪਾਤਸ਼ਾਹ ਚਲੋ ਧਰਮ ਇੱਕ ਹੈ, ਸਾਰੇ ਮੰਨ ਲਿਆ। ਧਰਮ ਨਾਮ ਦੋ ਦੋ ਹੋਣਗੇ ਹਿੰਦੂ ਮੁਸਲਮਾਨ, ਖੁਦਾ ਤੇ ਇੱਕ ਹੈ ਮਹਾਰਾਜ ਸਾਰਿਆਂ ਵਿੱਚ। ਤੁਹਾਡਾ ਹਿਰਦਾ ਕਿਸ ਨੂੰ ਮੰਨਦਾ ਹੈ ਬਾਦਸ਼ਾਹ, ਤੁਸੀਂ ਕਿਸ ਧਰਮ ਵੱਲ ਜਾਂਦੇ ਹੋ। ਇਹ ਸਭ ਨਿਰਣੇ ਕਰੋ ਉਚਾਰਾ। ਐ ਮਹਾਰਾਜ ਇਹ ਚੰਗੀ ਤਰ੍ਹਾਂ ਨਿਰਣਾ ਕਰੋ, ਦੱਸੋ ਮੇਰੇ ਮਨ ਦਾ ਸ਼ੰਕਾ ਦੂਰ ਕਰੋ। ਸੁਣ ਕਰ ਤਾਏ ਗੁਰੂ ਮੁਸਕਾਏ। ਇਹ ਗੱਲ ਸੁਣ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਥੋੜੇ ਜਿਹੇ ਮੁਸਕਰਾਏ ਹਨ। ਤੀਨ ਖੁਦਾਏ ਆਹੇ ਫਰਮਾਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਕਹਿੰਦੇ ਖੁਦਾ ਤੇ ਤਿੰਨ ਹੋ ਗਏ ਤੁਹਾਡੇ ਲਈ। ਤਾਂ ਤੁਹਾਡੇ ਸਿਧਾਂਤ ਅਨੁਸਾਰ ਜੋ ਤੁਸੀਂ ਗੱਲ ਕਰਦੇ ਹੋ ਖੁਦਾ ਤੇ ਤਿੰਨ ਬਣ ਗਏ ਹਨ। ਕਹੇ ਸ਼ਾਹ ਇਹ ਕਹਾਂ ਬਖਾਨਾ। ਮਹਾਰਾਜ ਕੀ ਆਖਦੇ ਹੋ, ਖੁਦਾ ਤਿੰਨ ਕਿੱਥੋਂ ਹੋ ਗਏ ਮਹਾਰਾਜ। ਤੁਸੀਂ ਪਾਤਸ਼ਾਹ ਕਿਹੜੇ ਬਚਨ ਆਖਦੇ ਹੋ। ਐਸੀ ਬਾਤਨ ਕਹੇ ਨਾ ਦਾਨਾ। ਜਿਹੜੇ ਮਹਾਰਾਜ ਸਿਆਣੇ ਬੰਦੇ ਹਨ, ਦਾਨੇ ਬੰਦੇ ਹਨ ਮਹਾਰਾਜ, ਅਕਲਵੰਦ ਬੰਦੇ ਇਹ ਗੱਲ ਤਾਂ ਕਰਦੇ ਹੀ ਨਹੀਂ। ਇੱਕ ਖੁਦਾਏ ਸਭ ਹੀ ਤੇ ਸੁਨਿਓ। ਤੇ ਮਹਾਰਾਜ ਅਸੀਂ ਤਾਂ ਸੁਣਿਆ ਹੈ ਕਿ ਇੱਕ ਖੁਦਾ ਸਾਰਿਆਂ ਵਿੱਚ ਹੈ ਮਹਾਰਾਜ, ਇੱਕੋ ਹੀ ਖੁਦਾ ਸਾਰੇ ਪਾਸੇ ਵਿਆਪਕ ਹੈ। ਵੇਦ ਕੁਰਾਨ ਕਿਤਾਬਨ ਭੰਨਿਓ। ਤੇ ਮਹਾਰਾਜ ਕੁਰਾਨ ਆਦਿਕ ਜਿਹੜੇ ਸਾਡੇ ਧਰਮ ਗ੍ਰੰਥ ਹਨ ਉਹਨਾਂ 'ਚ ਵੀ ਅੱਲਾਹ ਤਾਲਾ ਇੱਕੋ ਹੀ ਲਿਖਿਆ ਹੈ। ਇਸੇ ਤਰ੍ਹਾਂ ਮਹਾਰਾਜ ਜਿਹੜੇ ਵੇਦ ਸ਼ਾਸਤਰ ਹਨ ਉਹਨਾਂ ਵਿੱਚ ਵੀ ਇੱਕੋ ਹੀ ਰੱਬ ਲਿਖਿਆ ਹੋਇਆ ਹੈ ਮਹਾਰਾਜ, ਇੱਕੋ ਹੀ ਪ੍ਰਮਾਤਮਾ ਦਾ ਜ਼ਿਕਰ ਆ ਰਿਹਾ। ਬਾਦਸ਼ਾਹ ਤੁਸੀਂ ਤਿੰਨ ਕਿਉਂ ਕਹਿ ਰਹੇ ਹੋ। ਸੁਣ ਕੇ ਪੁਨ ਪ੍ਰਭ ਨੇ ਸਮਝਾਇਓ। ਇਹ ਗੱਲ ਸੁਣ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਦਸ਼ਾਹ ਨੂੰ ਸਮਝਾਉਣ ਲੱਗੇ ਹਨ। ਏਕ ਖੁਦਾਏ ਈਮਾਨ ਇੱਕ ਗਾਇਓ। ਬਾਦਸ਼ਾਹ ਕਹਿਣ ਲੱਗੇ ਸੁਣੋ ਬਾਦਸ਼ਾਹ ਜੀ, ਖੁਦਾ ਇੱਕ ਹੈ ਤੁਸੀਂ ਆਖਿਆ ਹੈ, ਸਭ ਦਾ ਈਮਾਨ ਵੀ ਇੱਕ ਹੈ ਉਹ ਤੁਸੀਂ ਆਖਿਆ ਹੈ। ਓਏ ਤੁਰਕ ਜੋ ਤੁਮੋ ਅਗਾਰੇ। ਚਲੋ ਮੰਨੋ ਤੁਹਾਡੀ ਗੱਲ ਮੰਨ ਲਈ, ਪਰ ਤੁਸੀਂ ਦੇਖੋ
जे कोई तुर्क तुहाडे सामने है, राम नारायण नाम उचारे। वो तुहाडे धर्म दा बंदा है, मुसलमान है, तुहाडे कोल रहन वाला है, तुहाडे सामने आखे राम राम, नारायण नारायण आखे। हिंदू धर्म दे जिहड़े उन्हां दे नाम हन उन्हां नूं जपे, बार बार राम राम अपने मुख तो जड़ा आखदा होवे। तिस ते बुरो मान बरजंते। तुसीं उहनूं बुरा मनदे हो ना भाई, ਇਹ ਨਾ ਆਖ ਸਾਡੇ ਕੋਲ ਬਹਿ ਕੇ ਰਾਮ ਰਾਮ ਨਾ ਜਪ, ਨਾਰਾਇਣ ਨਾਰਾਇਣ ਨਾ ਜਪ, ਇੱਥੇ ਇਹ ਗੱਲ ਨਾ ਕਹਿ। ਮੌਲਾ ਪਾਕ ਕੋ ਉਚਰੰਤੇ। ਇੱਥੇ ਬਹਿਣਾ ਹੀ ਭਾਈ ਮੌਲਾ ਆਖ। परमात्मा पवित्र पाक स्वरूप है, उस मौला नू पवित्र मौला आखो, उस रब नू अल्लाह ताला आखो। और तुम मिल मिल कहत पुकारे। असे तुसी मिल मिल के ही गल्लां करदे हो। और तुम मिल मिल कहत पुकारे, अते तुसी मिल मिल के यही कहंदे हो। भयो पिस्त सुख एत हमारे। ਇਹ ਤੁਹਾਡੇ ਹਿਰਦੇ ਦੀ ਗੱਲਾਂ ਹਨ। ਤੁਸੀਂ ਜ਼ਿਕਰ ਕਰਦੇ ਜਿਤਨੇ ਜਿਹੜੇ ਸਵਰਗ ਦੇ ਸੁੱਖ ਹਨ ਸਾਡੇ ਲਈ ਹਨ। ਅਸੀਂ ਪਿਸਤ ਵੱਲ ਜਾਵਾਂਗੇ, ਕੋਈ ਦੂਜਾ ਨਹੀਂ ਜਾ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਤਾਂ ਖਾਲਸਾ ਜੀ ਇਹੀ ਕਹਿੰਦੇ ਹਨ ਕਿ ਜਿਤਨੇ ਸੁੱਖ ਸਾਡੇ ਲਈ ਮਿਲੇ ਉਹ ਸਾਨੂੰ ਹੈ ਪਿਸਤ ਵਿੱਚ ਜਾਣ ਦਾ ਅਧਿਕਾਰ। ਬਾਕੀ ਸਭ ਦੋਜਕ ਵਿੱਚ ਜਾਣਗੇ। ਜਿਹੜੇ ਗੈਰ ਮੁਸਲਮਾਨ ਉਹ ਦੋਜਕ ਵੱਲ ਜਾਣਗੇ। ਇਹ ਬਾਦਸ਼ਾਹ ਤੁਸੀਂ ਆਖਦੇ ਹੋ ਦੋਜ਼ਕ ਹਿੰਦੂਆਂ ਨੇ ਏਤ ਬਣਾਇਓ। ਜਿਹੜੇ ਗੈਰ ਮੁਸਲਮਾਨ ਹਿੰਦੂ ਹਨ ਉਹਨਾਂ ਲਈ ਦੋਜਕ ਬਣੇ ਹਨ, ਨਰਕ ਬਣੇ ਹਨ। ਅਸੀਂ ਸਵਰਗਾਂ ਨੂੰ ਜਾਵਾਂਗੇ ਤੇ ਉਹ ਨਰਕਾਂ ਨੂੰ ਜਾਣਗੇ। ਤਿਨ ਕੋ ਮਤ ਤੁਮ ਕੋ ਨੇ ਪਾਇਓ। ਦੇਖੋ ਬਾਦਸ਼ਾਹ ਹੋ ਗਏ ਨਾ ਵੱਖਰੇਵਾਂ। ਤੁਹਾਨੂੰ ਉਹਨਾਂ ਦਾ ਮਤ ਨਹੀਂ ਚੰਗਾ ਲੱਗਦਾ, ਤੁਹਾਡਾ ਮਤ ਵੱਖਰਾ, ਉਹਨਾਂ ਦਾ ਮਤ ਵੱਖਰਾ। ਤੁਹਾਡੇ ਸਾਹਮਣੇ ਕੋਈ ਤੁਹਾਡਾ ਬੰਦਾ ਹੀ ਰਾਮ ਰਾਮ ਆਖੇ, ਨਾਰਾਇਣ ਨਾਰਾਇਣ ਆਖੇ, ਤੁਹਾਨੂੰ ਚੰਗਾ ਨਹੀਂ ਲੱਗਦਾ। ਨਾ ਭਾਈ ਇਹ ਨਾ ਆਖ। ਸਾਡੇ ਕੋਲ ਬਹਿਣਾ ਹੀ ਤਾਂ ਇੱਥੇ ਅੱਲਾ ਅੱਲਾ ਜਪ, ਖੁਦਾ ਦਾ ਸਿਮਰਨ ਕਰ। ਐ ਬਾਦਸ਼ਾਹ ਦੇਖ ਲੈ ਇਹ ਤੇਰੇ ਸਾਹਮਣੇ ਹੈ। ਨਾਮ ਖੁਦਾਏ ਜੋ ਮੌਲਾ ਆਦ। ਜਿਹੜੇ ਰੱਬ ਦੇ ਨਾਂ ਹਨ ਖੁਦਾ ਮੌਲਾ ਆਦਿਕ। ਹਿੰਦੂਆਂ ਮੈਂ ਸਿਮਰੇ ਕਰ ਯਾਦ। ਤੇ ਜਿਹੜਾ ਕੋਈ ਹਿੰਦੂ ਬਣ ਕੇ ਉਹਨਾਂ ਵਿੱਚ ਯਾਦ ਕਰੇ, ਕੋਈ ਹਿੰਦੂ ਹੋਵੇ ਉਹ ਮੌਲਾ ਮੌਲਾ ਜਪੇ, ਖੁਦਾ ਖੁਦਾ ਦਾ ਸਿਮਰਨ ਕਰੇ। ਬਿਗੜ ਗਿਓ ਇਹ ਤਿਸੈ ਬਤਾਵੇ। ਉਹ ਹਿੰਦੂ ਕਹਿੰਦੇ ਨਾ ਇਹ ਬੰਦਾ ਤੇ ਵਿਗੜ ਗਿਆ ਭਾਈ, ਇਹ ਪਾਗਲ ਹੋ ਗਿਆ, ਇਹ ਕੀ ਅੱਲਾਹ ਤਾਲਾ ਨੂੰ ਜਪੀ ਜਾ ਰਿਹਾ ਹੈ, ਇਹ ਸਾਡੇ ਧਰਮ ਵਿੱਚ ਰਹਿ ਕੇ ਇਹ ਕੀ ਅੱਲਾ ਅੱਲਾ ਕਰੀ ਜਾ ਰਿਹਾ ਹੈ। ਜਾਤ ਪਾਤ ਤੇ ਵੈਰ ਕਰਾਵੇ। ਤੇ ਬਾਦਸ਼ਾਹ ਉਸ ਨੂੰ ਆਪਣੀ ਜਾਤ ਪਾਤ ਤੋਂ ਬਾਹਰ ਵੀ ਕੱਢ ਦਿੰਦੇ ਹਨ। ਚੱਲ ਵੀ ਇਹਦਾ ਭਾਂਡੇ ਵੱਖਰੇ ਕਰ ਦੋ, ਇਹਨੂੰ ਆਪਣੀ ਜਾਤ ਤੋਂ ਬਾਹਰ ਕੱਢ ਦੋ ਇਹਨੂੰ। ਜਿਸਨੇ ਦੋਨੋਂ ਮੈਂ ਇੱਕ ਮਾਨਿਓ। ਐ ਬਾਦਸ਼ਾਹ ਹੁਣ ਸੁਣ, ਜੇ ਕੋਈ ਮੁਸਲਮਾਨ ਰਾਮ ਜਪਦਾ ਹੋਵੇ ਤੁਸੀਂ ਉਹਨੂੰ ਮੰਨਦੇ ਨਹੀਂ, ਜੇ ਕੋਈ ਹਿੰਦੂ ਅੱਲਾਹ ਤਾਲਾ ਤੋਂ ਜਪਦਾ ਹੋਵੇ ਉਹਨੂੰ ਆਪਣੇ ਘਰ ਤੋਂ ਬਾਹਰ ਕੱਢ ਦਿੰਦੇ, ਬਰਾਦਰੀ ਤੋਂ ਵੱਖਰਾ ਕਰਦੇ, ਵੱਖਰੇ ਕਰ ਦੋ ਬਰਾਦਰੀ ਤੋਂ ਇਹਨੂੰ ਭਾਈ। ਤੇ ਸਾਡੇ ਵਿੱਚ ਤਾਂ ਭਾਈ ਜਿਹੜਾ ਦੋਵਾਂ ਵਿੱਚ ਇੱਕ ਹੈ ਨਾ ਉਹ ਬਰਾਬਰ ਜਿਹੜਾ ਜਾਣਦਾ ਹੋਵੇ। ਹਿੰਦੂਆਂ ਵਿੱਚ ਵੀ ਇੱਕ ਵਾਹਿਗੁਰੂ ਪ੍ਰਮਾਤਮਾ ਹੈ, ਮੁਸਲਮਾਨਾਂ ਵਿੱਚ ਵੀ ਇੱਕ ਵਾਹਿਗੁਰੂ ਪ੍ਰਮਾਤਮਾ ਹੈ। ਜਿਸ ਬੰਦੇ ਨੇ ਦੋਵਾਂ ਦੇ ਵਿੱਚ ਇੱਕ ਨੂੰ ਜਾਣ ਲਿਆ, ਸਰਬ ਤਰਫਦਾਰੀ ਹਿਤਹਾਨੀਓ। ਬਾਕੀ ਉਹਨੇ ਸਭ ਕੁਝ ਛੱਡ ਦਿੱਤਾ, ਸਰਬ ਤਰਫਦਾਰੀਆਂ, ਸਾਰੇ ਪੱਖਪਾਤ ਤੋਂ ਨਿਆਰਾ ਹੋ ਗਿਆ। ਜੇ ਝਗੜਤ ਦਵੈ ਪੱਖ ਬਣਾਏ। ਉਹ ਜਿਹੜੇ ਝਗੜਦੇ ਹਨ ਉਹਨਾਂ ਨੇ ਦੋ ਪੱਖ ਬਣਾਏ ਹਨ, ਜਿਹੜੇ ਝਗੜਦੇ ਨਹੀਂ ਉਹਨਾਂ ਲਈ ਕੋਈ ਵੀ ਹੋਵੇ ਬਸ ਉਹ ਤਾਂ ਰੱਬ ਦਾ ਸਿਮਰਨ ਕਰਦੇ ਹਨ। ਇਹ ਦੋਵੇਂ ਹੀ ਮੋਹ ਬਾਦ ਵਿੱਚ ਫਸੇ ਹੋਏ ਹਨ, ਝਗੜੇ 'ਚ ਫਸੇ ਹੋਏ ਹਨ। ਇਹ ਸਾਡਾ ਹੈ, ਇਹ ਤੁਹਾਡਾ ਹੈ, ਹੋ ਗਏ ਨਾ ਵੱਖਰੇ ਵੱਖਰੇ। ਤੁਸੀਂ ਆਪੇ ਹੀ ਵੱਖਰੇ ਵੱਖਰੇ ਕਰੀ ਜਾ ਰਹੇ ਹੋ ਕਿ ਤੁਹਾਡਾ ਅੱਲਾ ਵੱਖਰਾ, ਉਹਨਾਂ ਦਾ ਰਾਮ ਵੱਖਰਾ, ਤੇ ਸਾਡਾ ਤੇ ਸਾਰੇ ਪਾਸੇ ਇੱਕੋ ਹੀ ਖੁਦਾ ਪ੍ਰਮਾਤਮਾ ਹੈ।
ਅਸੀਂ ਕੋਈ ਵੀ ਜਪ ਲਈ ਸਾਡੇ ਲਈ ਭਲਾ ਹੈ। ਇਹ ਨਾਮ ਵੱਖਰੇ ਵੱਖਰੇ ਹੋਣਗੇ ਪਰ ਹੈ ਤਾਂ ਇੱਕੋ ਹੀ ਭਾਈ। ਉਹਦੇ ਨਾਮ ਅਕਾਲ ਪੁਰਖ ਦੇ ਵੱਖਰੇ ਵੱਖਰੇ ਜਿਤਨੇ ਮਰਜ਼ੀ ਲੈ ਲਓ, ਬੇਅੰਤ ਨਾਮ ਹਨ, ਪਰ ਹੈ ਤਾਂ ਵਾਹਿਗੁਰੂ ਇੱਕੋ ਹੀ ਹੈ। ਐਵੇਂ ਵਖਰੇਵਾ ਨਾ ਕਰੋ। ਤਿਨ ਸੋ ਮੇਲ ਨ ਕਰੇ ਕਦਾਏ। ਜਿਹੜੇ ਝਗੜਾ ਕਰਦੇ ਹਨ ਗੁਰਮੁਖ ਜਨ ਕਦੀ ਵੀ ਉਹਨਾਂ ਨਾਲ ਮੇਲ ਕਰਦੇ ਹੀ ਨਹੀਂ ਗਵਾਈ। ਇਹ ਤਾਂ ਝਗੜਾ ਕਰਨ ਵਾਲੇ, ਚਲੋ ਸਾਈਡ ਤੇ ਹੋ ਜਾਓ ਇਹਨਾਂ ਤੋਂ। ਜਿਹੜੇ ਝਗੜਾ ਕਰਦੇ ਨਾ ਖਾਲਸਾ ਜੀ, ਉਹ ਸਿਮਰਨ ਵੀ ਨਹੀਂ ਕਰਦੇ, ਉਹ ਭਜਨ ਵੀ ਨਹੀਂ ਕਰਦੇ, ਉਹ ਅੰਦਰੋਂ ਸੜੀ ਜਾਂਦੇ ਹਨ ਵੀ ਇਹ ਕਿੱਥੋਂ ਆ ਗਿਆ, ਇਹ ਕੀ ਕਰਦਾ ਹੈ। ਉਹ ਤਾਂ ਹਮੇਸ਼ਾ ਸੜੀ ਜਾਂਦੇ ਖਾਲਸਾ ਜੀ। ਜਿਹੜੇ ਇੱਕ ਰੱਬ ਨੂੰ ਯਾਦ ਕਰਨ ਵਾਲੇ ਭਾਵੇਂ ਕਿੱਥੇ ਵੀ ਹੋਵੇ, ਉਹ ਆਪਣੇ ਅੰਗ ਸੰਗ ਜਾਣਦੇ ਨੇ। ਹਰ ਇੱਕ ਦੇ ਅੰਗ ਸੰਗ ਇੱਕ ਖੁਦਾ ਵਾਹਿਗੁਰੂ ਹੈ ਭਾਈ, ਇੱਕ ਰਾਮ ਰਹੀਮ ਹੈ, ਨਾਮ ਉਹਨੂੰ ਕੋਈ ਵੀ ਲੈ। ਤਾਂ ਹੀ ਤਾਂ ਪਾਤਸ਼ਾਹ ਨੇ ਆਖਿਆ कि भाई कोई बोले राम राम कोई खुदाए। कोई राम आखदा, कोई खुदा आखदा। भगत कबीर साहब आखदे अवल अल्लाह नूर उपाया कुदरत के सब बंदे एक नूर ते सब जग उपजया कौन भले को मंदे। केड़ा भला केड़ा बुरा भाई, सारे कोई है। सारे विच इक्को ही परमात्मा, एक नूर तो सारे पैदा होए, एक जोत परमात्मा तो सारे प्रगट होए। खालसा जी बादशाह कहन लगे, बादशाह सुन ऐ बहादुर शाह, ये जेड़े बंदे झगड़ा करन वाले ना, वो झगड़ा करी जाते हैं। जेड़े नाम रस विच डुबकियां मारन वाले, लोड़ियां लैण वाले, नाम रस दा लाहा लैण वाले, वो झगड़ा करते ही नहीं। दोनों में एक बाद न कोई। दोवां विच इक्को ही है, बस बाद ना कोई, कोई झगड़ा है ही नहीं कोई। राम भी ओही है, अल्लाह भी ओही है, रहीम भी ओही है तो इक्को ही है। वो जोत रूप परमात्मा इक्को ही है। हमरो पंथ समझिए सोई। साडा पंथ ए है, अखो सतनाम श्री वाहे। हुण निर्णय हो गया भाई। पातशाह कहंदे बादशाह एवें किसे थां ते जाना, एक नूं मन्ना दूजे नाल नफरत करनी, दूजे नूं मन्ना पहले नाल नफरत करनी, असीं नहीं करदे किसे नाल। साडा जिहड़ा परमात्मा सर्व थां व्यापक है, सदा अंग संगे भंगं विभूते। साडे सब दे अंग संग है, सब दे हिरदे विच है। असी उस परमात्मा नूं मंदे हां। सुनत शाह ठानी मुख मौन। जदों बादशाह ने सुनिया ते चुप हो गया भी महाराज तां ठीक कह रहे हैं। असी हिंदू मुसलमान दे झगड़े च ही फैले हुए हैं ते अजकल दे खालसा जी शासक बंदे ये दोवें धर्मां दे खालसा झगड़े करा के अपनी रोटियां सेक रहे हैं। खालसा जी अज भी बचन की सानू लोड़ है। झगड़े ना करिए, इक्को ही है सारे पासे। ये शासकां दे मगर लग के अपने डांगा सोटे ना खड़काइए भाई। गुरु गोबिंद सिंह पातशाह का सिद्धांत समझिया बादशाह ने कि धन गुरु गोबिंद सिंह पातशाह ते एक रब नूं मनण वाले हैं। वो एक रब सारे विच है, यही है न्यारे। ताही तां खालसा न्यारा है। पुन हिंदू तुरकन ते न्यारा रचियो खालसा पंथ करारा। न्यारा भी है खालसा जी। न्यारा ता है कि खालसा इन्हां दे कर्म कांडा तो न्यारा है। खालसे दा इक्को ही कारज है वाहिगुरू जपना। खालसा जी बाणी नाल जुड़ना है, सब नाल प्यार करना, जिथे जाना उथे लंगर लगा के सेवा करनी भाई। मनुखता की सेवा जदों लोड़ पैंदी है। अजकल ऑक्सीजन की लोड़ है। गुरु के प्यारे अरबा खरबा रुपया लगा के अपने घर के समान वेच के कहते चाहो भाई ऑक्सीजन भेजो सारिਆਂ ਨੂੰ। लोड़ है लंगरां दी, वो लंगर खुले लगाते। जो लंगर लगाए तो लंगर वरतान वेले जपाउंदे हन वाहिगुरू वाहिगुरू, आप ही प्रचार हो रहा। खालसा जी ये खालसे बंद का प्रचार
ਰੱਬ ਦਾ ਪ੍ਰਚਾਰ ਹੈ ਭਾਈ। ਭਾਵੇਂ ਕੋਈ ਹਿੰਦੂ ਮਿਲਿਆ ਭਾਈ, ਆਪਣੇ ਰੱਬ ਨੂੰ ਯਾਦ ਕਰੀ, ਐਵੇਂ ਪੰਥ ਕੱਲ ਡੋਲ ਨਾ ਜਾਈ, ਧਰਮ ਕਨਵਰਟ ਨਾ ਕਰੀ। ਜਿਹਨੂੰ ਜਿਹਨੂੰ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਮਿਲੇ, 10 ਗੁਰੂ ਸਾਹਿਬਾਨ ਮਿਲੇ, ਤੇ ਸਾਰੇ ਆਪਣੇ ਆਪ ਹੀ ਸਿੱਖ ਧਰਮ ਵਿੱਚ ਆਉਂਦੇ ਗਏ। ਕਿਸੇ ਨੂੰ ਮਹਾਰਾਜ ਨੇ ਨਹੀਂ ਆਖਿਆ ਭਾਈ ਕਿ ਧਰਮ ਬਦਲੀ ਕਰ। ਉਹਨਾਂ ਨੇ ਵੇਖਿਆ ਵੀ ਇਹ ਧਰਮ ਬੜਾ ਸੁਖੈਨ ਹੈ, ਇੱਥੇ ਬੜੀ ਸਹੂਲਤ ਹੈ। ਭਾਵ ਜਿਵੇਂ ਮਰਜ਼ੀ ਜਪ ਲੋ ਰੱਬ ਨੂੰ, ਕੋਈ ਨਾ ਪੁੱਠੇ ਲਟਕਣ ਦੀ ਲੋੜ, ਨਾ ਧੂਣੀਆਂ ਤਾਣ ਦੀ ਲੋੜ, ਨਾ ਮੱਕੇ ਜਾਣ ਦੀ ਲੋੜ। ਜਿੱਥੇ ਬੈਠੇ ਹੋ ਹਿਰਦਾ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ, ਜਿਵੇਂ ਮਰਜ਼ੀ ਕਰ ਲੋ ਭਾਈ। ਤਾਂ ਹੀ ਸਾਰੇ ਆਪਣੇ ਆਪ ਖਾਲਸਾ ਜੀਓ ਨਾਮ ਰਸ ਵਿੱਚ ਖੁੱਭੀ ਜਾ ਰਹੇ ਹਨ। ਜਦੋਂ ਇਹ ਪੱਖ ਸੁਣਿਆ ਬਾਦਸ਼ਾਹ ਨੇ, ਬਾਦਸ਼ਾਹ ਦਾ ਮੂੰਹ ਬੰਦ ਹੋ ਗਿਆ ਵੀ ਹੁਣ ਕੀ ਬੋਲਾਂ ਮੈਂ, ਇਹ ਸਾਡੀ ਗਲਤੀ ਹੈ। ਅਸੀਂ ਤਾਂ ਵੱਖਰੇ ਵੱਖਰੇ ਪੱਖ ਬਾਤ ਕਰੀ ਜਾ ਰਹੇ ਹਾਂ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਪੱਖਾਂ ਤੋਂ ਨਿਆਰੇ ਹਨ। ਉੱਤਰ ਫੁਰਿਓ ਨਾ ਕਹਿਬੇ ਕੌਣ, ਤੇ ਬਾਦਸ਼ਾਹ ਨੂੰ ਕੋਈ ਉੱਤਰ ਨਹੀਂ ਫੁਰਿਆ ਵੀ ਕੀ ਆਖੇ ਹੁਣ, ਕੀ ਮਹਾਰਾਜ ਤੋਂ ਪੁੱਛੇ। ਬਾਦਸ਼ਾਹ ਚੁੱਪਚਾਪ ਹੋ ਗਿਆ। ਕੇਤਕ ਸਮੇਂ ਬੈਠ ਗੁਣ ਖਾਨੀ, ਤੇ ਕੁਝ ਸਮਾਂ ਮਹਾਰਾਜ ਦੇ ਕੋਲ ਬੈਠ ਗਏ। ਹੋਏ ਰੁਖਸਦ ਪਹੁੰਚੇ ਨਿਜ ਥਾਨੀ। ਨਾ ਬਾਦਸ਼ਾਹ ਬੋਲਿਆ ਨਾ ਮਹਾਰਾਜ, ਆਨੰਦ 'ਚ ਬੈਠੇ ਹਨ। ਤੇ ਮਹਾਰਾਜ ਥੋੜੀ ਦੇਰ ਬਾਅਦ ਉਹਦੇ ਤੋਂ ਉੱਠ ਕੇ ਮਹਾਰਾਜ ਜੀ ਆਪਣੇ ਮਹਿਲਾਂ ਵੱਲ ਜਾਣ ਲੱਗੇ। ਦਿਨ ਪ੍ਰਤਵਸਤ ਅਜਾਇਬ ਬ੍ਰਿੰਦ, ਤੇ ਬਾਦਸ਼ਾਹ ਦਾ ਭਰੋਸਾ ਹੋਰ ਵੱਧ ਗਿਆ। ਦਿਨ ਪ੍ਰਤੀ ਦਿਨ ਵਧੀਆ ਵਧੀਆ ਵਸਤੂਆਂ ਬਾਦਸ਼ਾਹ ਮਹਾਰਾਜ ਜੀ ਲਈ ਭੇਜਦਾ ਹੈ। ਭਾਂਤ ਭਾਂਤ ਕੇ ਵਸਤਰ ਬਿਲੰਦ, ਵੱਖਰੇ ਵੱਖਰੇ ਤਰ੍ਹਾਂ ਦੇ ਵਸਤਰ, ਕੋਈ ਫਲ, ਕੋਈ ਸਬਜ਼ੀਆਂ, ਕੋਈ ਹੋਰ ਰਸਤਾ ਬਸਤਾ ਭੇਜਦਾ ਹੈ। ਦੂਰ ਦੇਸ਼ ਕੇ ਮੇਵੇ ਘਨੇ, ਤੇ ਖਾਲਸਾ ਜੀ ਕਸ਼ਮੀਰ ਆਦਿਕ ਤੋਂ ਜਿਹੜੇ ਮੇਵੇ ਆਉਂਦੇ ਹਨ, ਹੋਰ ਖਾਲਸਾ ਜੇ ਦੂਰੋਂ ਦੂਰੋਂ ਜਿਹੜੇ ਮੇਵੇ ਆਦਿਕ ਆਉਂਦੇ ਹਨ। ਭਾਂਤ ਭਾਂਤ ਕੇ ਸਵਾਦਨ ਸਨੇ, ਤੇ ਅਨੇਕ ਤਰ੍ਹਾਂ ਦੇ ਮੇਵੇ, ਵੱਖਰੇ ਵੱਖਰੇ ਸਵਾਦ ਵਾਲੇ ਇਹ ਮੇਵੇ ਹਨ। ਸ਼ਾਹ ਬਹਾਦਰ ਭਲੇ ਪਠਾਵੇ, ਤੇ ਬਹਾਦਰ ਸ਼ਾਹ ਭਲੇ ਤਰੀਕੇ ਨਾਲ ਮਹਾਰਾਜ ਦੇ ਕੋਲ ਭੇਜਦਾ ਹੈ। ਊਖਨ ਅਜਬ ਹਯਨ ਪਹੁੰਚਾਵੇ, ਵਧੀਆ ਗਹਿਣੇ, ਵਧੀਆ ਘੋੜੇ ਆਦਿਕ ਭੇਜਦਾ ਹੈ। ਕੀਤੀ ਬਾਰ ਆਪ ਚੱਲ ਜਾਏ, ਕਈ ਵਾਰੀ ਆਪ ਪਾਤਸ਼ਾਹ ਦੇ ਦਰਸ਼ਨ ਕਰਨ ਲਈ, ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਬਾਦਸ਼ਾਹ ਜਾਂਦਾ ਹੈ। ਕਈ ਬਾਰ ਲੈ ਨਿਕਟ ਬੁਲਾਏ, ਤੇ ਕਈ ਵਾਰੀ ਮਹਾਰਾਜ ਨੂੰ ਬੇਨਤੀ ਕਰਕੇ, ਮਹਾਰਾਜ ਆਓ, ਆ ਕੇ ਦਰਸ਼ਨ ਦਿਓ, ਤੇ ਮਹਾਰਾਜ ਦਰਸ਼ਨ ਦਿੰਦੇ ਹਨ ਇਹਨੂੰ ਆ ਕੇ। ਇਸ ਪ੍ਰਕਾਰ ਨਿਜ ਪ੍ਰੀਤ ਜਨਾਵੇ, ਇਸ ਤਰ੍ਹਾਂ ਬਾਦਸ਼ਾਹ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਨਾਲ ਆਪਣਾ ਪਿਆਰ ਜਤਾ ਰਿਹਾ ਹੈ, ਆਪਣੀ ਸ਼ਰਧਾ ਵਿਖਾ ਰਿਹਾ ਕਿ ਮਹਾਰਾਜ ਮੇਰੇ ਤੇ ਵੀ ਕਿਰਪਾ ਰੱਖੋ। ਖਰਚ ਹਿਤ ਬਹੁ ਦਰਬ ਪਠਾਵੇ, ਤੇ ਮਹਾਰਾਜ ਦੇ ਖਰਚੇ ਲਈ ਘੋੜਿਆਂ ਲਈ ਦਾਣਾ ਪੱਠਾ ਆਦਿਕ ਹੋਰ ਮਾਇਆ ਖੁੱਲੀ ਭੇਜਦਾ ਹੈ। ਇੱਕ ਉਮਰਾਵ ਪ੍ਰਭੂ ਟਿਕ ਆਇਓ, ਤੇ ਖਾਲਸਾ ਜੀ ਇੱਕ ਦਿਨ ਮਹਾਰਾਜ ਆਪਣੇ ਆਸਨ ਤੇ ਟਿਕੇ ਹੋਏ ਸਨ ਕਿ ਬਾਦਸ਼ਾਹ ਦਾ ਇੱਕ ਖਾਸ ਉਮਰਾਵ ਮਹਾਰਾਜ ਦੇ ਕੋਲ ਆਇਆ ਹੈ। ਕਰ ਬੰਧਨ ਬੈਠਿਓ ਬਚ ਗਾਇਓ, ਤੇ ਉਸ ਉਮਰਾਵ ਨੇ ਮਹਾਰਾਜ ਨੂੰ ਮੱਥਾ ਟੇਕਿਆ, ਆਪਣੇ ਵੱਲੋਂ ਸਲਾਮ ਹੀ ਕਰਦੇ ਨਾ, ਇਹਨੇ ਸਲਾਮ ਕਰਕੇ ਮਹਾਰਾਜ ਦੇ ਕੋਲ ਬੈਠ ਗਿਆ। ਸੁਨੀ ਕਾਨ ਮੈਂ ਵਿਦਿਆਵਾਨ, ਕਹਿਣ ਲੱਗਾ ਮਹਾਰਾਜ ਜੀ ਮੈਂ ਇਹਨਾਂ ਕੰਨਾਂ ਦੁਆਰਾ ਸੁਣਿਆ ਹੈ ਕਿ ਤੁਹਾਡੇ ਵਰਗਾ ਕੋਈ ਯੋਧਾ ਨਹੀਂ ਹੋਣਾ ਮਹਾਰਾਜ, ਤੁਹਾਡੇ ਵਰਗੀ ਮਹਾਰਾਜ ਸ਼ਸਤਰ ਵਿਦਿਆ ਦਾ ਕੋਈ ਮਹਾਰਾਜ, ਕੋਈ ਤੁਹਾਡਾ ਸਾਨੀ ਹੈ ਹੀ ਨਹੀਂ ਮਹਾਰਾਜ। ਸਤਿਗੁਰੂ ਪਾਤਸ਼ਾਹ ਤੁਹਾਡੇ ਵਰਗਾ ਕੋਈ ਧਨੁਖ ਧਰਾ ਧਾਰੀ, ਕੋਈ ਤੀਰ ਚਲਾਉਣ ਵਾਲਾ ਨਹੀਂ ਸੁਣਿਆ ਮਹਾਰਾਜ ਜੀ। ਤੁਮ ਟਿਕ ਆਵਤ ਮੈਦ ਮਹਾਨ, ਤੇ ਤੁਹਾਡੇ ਕੋਲ ਮਹਾਰਾਜ ਵੱਡੇ ਤੋਂ ਵੱਡੇ ਬੰਦੇ ਆਉਂਦੇ ਹਨ ਤੁਹਾਡੀ ਸ਼ਸਤਰ ਵਿਦਿਆ ਵੇਖਣ ਲਈ, ਤੁਹਾਡੇ ਦਰਸ਼ਨ ਕਰਨ ਲਈ ਮਹਾਰਾਜ ਵੱਡੇ ਤੋਂ ਵੱਡੇ ਬੰਦੇ ਆਉਂਦੇ ਹਨ। ਜੋ ਤੁਮ ਸੰਗ ਲਰੇ ਸਰ ਦੇਖੇ, ਇਤਨੇ ਵੱਡੇ ਵੱਡੇ ਯੋਧੇ ਪਾਤਸ਼ਾਹ ਤੁਹਾਡੇ ਨਾਲ ਲੜਨ ਆਉਂਦੇ, ਪਰ ਤੁਹਾਡੇ ਤੀਰਾਂ ਦੇ ਪਾਤਸ਼ਾਹ ਜਿਹੜੇ ਤੀਰ ਚੱਲਦੇ ਨਾ, ਉਹ ਤੀਰਾਂ ਨੂੰ ਵੇਖ ਕੇ ਸਾਰੇ ਹੈਰਾਨ ਹੋ ਜਾਂਦੇ। ਮਾਂ ਵੱਡੇ ਵੱਡੇ ਖੱਬੀ ਖਾਂ ਯੋਧੇ ਜਿਹੜੇ ਕਹਿੰਦੇ ਸਾਡੇ ਤੀਰ ਖਾਲੀ ਨਹੀਂ ਜਾਂਦੇ,
ਤੇ ਤੁਹਾਡੇ ਤੀਰ ਜਦੋਂ ਚੱਲਦੇ ਪਾਸ਼ਾ ਉਹਨਾਂ ਦੇ ਤੀਰ ਵੀ ਉਥਲ ਪੁਥਲ ਹੋ ਜਾਂਦੇ ਹਨ, ਉਹ ਵੀ ਮਹਾਰਾਜ ਤੈਸ਼ ਨੈਸ਼ ਹੋ ਜਾਂਦੇ ਹਨ। ਸੋ ਤਾਰੀਫ ਕੋ ਕਰਤ ਵਿਸ਼ੇਖੇ। ਮਹਾਰਾਜ ਜੀ ਮੈਂ ਦੇਖਿਆ ਸੁਣਿਆ ਹੈ ਉਹਨਾਂ ਤੋਂ ਜਿਨ੍ਹਾਂ ਨੇ ਅੱਖੀ ਵੇਖਿਆ ਤੁਹਾਡੇ ਤੀਰਾਂ ਦੀ ਕਲਾ, ਤੇ ਮਹਾਰਾਜ ਉਹ ਦੱਸਦੇ ਹਨ, ਮੇਰੇ ਕੋਲ ਆ ਕੇ ਤਾਰੀਫ ਕਰਦੇ ਹਨ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਜਿਹੜੇ ਇੱਕ ਇੱਕ ਤੀਰ 10-10 ਨੂੰ ਪਾਰ ਕਰਦਾ ਲੰਘ ਜਾਂਦਾ ਹੈ। ਮੈਂ ਅਸ ਸਮੇਂ ਵਿਖੇ ਅਸ ਕੋਈ। ਪਾਤਸ਼ਾਹ ਜੀ ਉਹਨਾਂ ਦੇ ਮੁਖ ਤੋਂ ਮੈਂ ਸੁਣਿਆ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੇ ਯੋਧੇ ਇਸ ਸਮੇਂ ਵਿੱਚ ਹੁਣ ਕੋਈ ਨਹੀਂ ਹੋਣੇ। ਜਿਵੇਂ ਪਹਿਲਾਂ ਤੁਹਾਡੇ ਪਿਤਾ, ਉਹਨਾਂ ਦੇ ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਹਾਡੇ ਦਾਦਾ ਜੀ ਸਨ, ਤੇ ਮਹਾਰਾਜ ਤੁਸੀਂ ਵੀ ਵੈਸੀ ਬਹਾਦਰੀ ਰੱਖਣ ਵਾਲੇ ਹੋ। ਇਸ ਸਮੇਂ ਵਿੱਚ ਬਾਦਸ਼ਾਹ ਤੁਹਾਡੇ ਵਰਗੇ ਹੋਰ ਯੋਧੇ ਹੋਣਗੇ, ਪਰ ਤੁਹਾਡੇ ਵਰਗੇ ਹੋਣਗੇ ਮਹਾਰਾਜ ਤੁਸੀਂ ਤਾਂ ਤੁਸੀਂ ਹੋ ਬਾਦਸ਼ਾਹ। ਬਸ ਆਖਣ ਨੂੰ ਤੁਹਾਡੇ ਵਰਗੇ ਹੋਣਗੇ, ਤੁਹਾਡੇ ਤੋਂ ਉੱਚੇ ਅਹੁਦੇ ਵਾਲੇ ਹੋ ਸਕਦੇ ਹਨ, ਕੋਈ ਖਾਨ ਕੋਈ ਬਾਦਸ਼ਾਹ, ਪਰ ਤੁਸੀਂ ਤਾਂ ਗੁਰੂ ਮਹਾਰਾਜ ਹੋ ਬਾਦਸ਼ਾਹ। ਤੁਹਾਡੇ ਤੀਰਾਂ ਦੀ ਕਲਾ ਜਦੋਂ ਪਾਤਸ਼ਾਹ ਅਸੀਂ ਦੇਖਦੇ ਹਾਂ ਸੁਣਦੇ ਹਾਂ ਤੇ ਸਾਰੇ ਹੈਰਾਨ ਰਹਿ ਜਾਂਦੇ ਹਾਂ। ਤੀਰ ਪ੍ਰਹਾਰੇ ਗੁਰ ਸਮਝੋਈ। ਤੇ ਮਹਾਰਾਜ ਉਹ ਆਖਦੇ ਹਨ ਕਿ ਜਿਹੜਾ ਤੀਰ ਚਲਾਣਾ ਜਾਣਦਾ ਹੈ ਕੋਈ, ਤੇ ਗੁਰੂ ਮਹਾਰਾਜ ਵਰਗੇ ਤੀਰ ਜਿਹੜੇ ਹਨ ਲਰੇ ਆਨੰਦਪੁਰ ਅਰ ਚਮਕੌਰ। ਜਿਹੜੇ ਵੱਡੇ ਵੱਡੇ ਯੋਧੇ ਆਨੰਦਪੁਰ ਸਾਹਿਬ ਸ੍ਰੀ ਚਮਕੌਰ ਸਾਹਿਬ ਜਿਨ੍ਹਾਂ ਨੇ ਪਾਤਸ਼ਾਹ ਤੁਹਾਡੇ ਨਾਲ ਯੁੱਧ ਕੀਤਾ ਹੈ, ਜੋ ਬਚ ਕਰ ਆਏ ਇਸ ਠੌਰ। ਜਿਹੜੇ ਉਹਨਾਂ ਯੁੱਧਾਂ ਤੋਂ ਬਚ ਕੇ ਆਏ, ਆਨੰਦਪੁਰ ਸਾਹਿਬ ਤੋਂ ਬਚ ਕੇ ਆ ਗਏ, ਚਮਕੌਰ ਸਾਹਿਬ ਤੋਂ ਬਚ ਕੇ ਇੱਥੇ ਪਹੁੰਚੇ ਹਨ, ਕਰੇ ਸ਼ਹਾਦੀ ਬੜੋਂ ਬਡੇਰੀ। ਤੇ ਸਤਿਗੁਰ ਮਹਾਰਾਜ ਜੀ ਉਹ ਸ਼ਾਦੀ ਭਰਦੇ ਹਨ ਮਹਾਰਾਜ, ਉਹ ਗਵਾਹੀ ਦਿੰਦੇ ਹਨ, ਉਹ ਸੱਚ ਆਖਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੇ ਤੀਰ ਅਸੀਂ ਪਹਿਲਾਂ ਕਦੀ ਨਹੀਂ ਵੇਖੇ ਹੋਣੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੀਰ ਚਲਾਣੇ ਤਾਂ ਖਾਲਸਾ ਬੜੇ ਵੱਡੇ ਵੱਡੇ ਯੋਧੇ ਹੋਣਗੇ, ਪਹਿਲਾਂ ਹੁਣ ਵੀ ਹੋਣਗੇ, ਉਸ ਵੇਲੇ ਵੀ ਹੋਣਗੇ, ਪਰ ਮਹਾਰਾਜ ਜੀ ਤੁਹਾਡੇ ਵਰਗੇ ਤੀਰ ਚਲਾਉਣ ਵਾਲਾ ਬੰਦਾ ਕੋਈ ਨਹੀਂ ਹੋਵੇਗਾ। ਮਹਾਰਾਜ ਉਹ ਆਪਣੇ ਅੱਖੀ ਜਿਨ੍ਹਾਂ ਨੇ ਵੇਖਿਆ ਹੈ ਉਹਨਾਂ ਨੇ ਆਪਣੇ ਮੁਖ ਤੋਂ ਤੁਹਾਡੀ ਤਾਰੀਫ ਗਾਈ ਹੈ। ਸੋ ਅਬ ਚਾਤ ਹਮ ਹੇਰੀ। ਤੇ ਸਤਿਗੁਰ ਮਹਾਰਾਜ ਮੈਂ ਵੀ ਵੇਖਣਾ ਚਾਹੁੰਦਾ ਕਿ ਤੁਸੀਂ ਤੀਰ ਕਿਵੇਂ ਦੇ ਚਲਾਉਂਦੇ ਹੋ ਮਹਾਰਾਜ। ਸੁਣਿਆ ਤੇ ਹੈ ਤੁਹਾਡੇ ਬਾਰੇ ਵੀ ਗੁਰੂ ਪਾਤਸ਼ਾਹ ਬਹੁਤ ਵੱਡੇ ਤੀਰ ਅੰਦਾਜ਼ ਹਨ, ਧਨੁਖਧਾਰੀ ਹਨ। ਜੇ ਹਨੇਰੇ ਵਿੱਚ ਵੀ ਆਵਾਜ਼ ਆਉਂਦੀ ਹੋਵੇ ਉੱਥੇ ਵੀ ਤੀਰ ਚਲਾ ਦੇਣ ਤੇ ਉੱਥੇ ਵੀ ਆਪਣਾ ਸ਼ਿਕਾਰ ਕਰਦੇ ਹਨ ਮਹਾਰਾਜ। ਤੇ ਮਹਾਰਾਜ ਸੁਣਿਆ ਤੇ ਹੈ ਜਦ ਤੱਕ ਅੱਖੀ ਨਾ ਵੇਖਾਂਗਾ ਗੱਲ ਨਹੀਂ ਬਣੇਗੀ। ਮਿਹਰਬਾਨਗੀ ਕਰ ਦਿਖਰਾਵੋ। ਤੇ ਪਾਤਸ਼ਾਹ ਜੀ ਮਹਾਰਾਜ ਜੀ ਗੁਰੂ ਮਹਾਰਾਜ ਜੀ ਕਿਰਪਾ ਕਰੋ ਮੇਰੇ ਤੇ, ਕਿਰਪਾ ਕਰਕੇ ਮਿਹਰਬਾਨਗੀ ਕਰਕੇ ਮਹਾਰਾਜ ਦਿਖਾਓ ਤਾਂ ਸਹੀ। ਮਮ ਚਿਤ ਕੀ ਲਖ ਚੌਂਪ ਚਲਾਵੋ। ਤੇ ਮਹਾਰਾਜ ਮੇਰੇ ਮਨ ਦਾ ਸ਼ੌਂਕ ਹੈ ਮੈਂ ਤੁਹਾਡੇ ਤੀਰ ਵੇਖਣਾ ਚਾਹੁੰਦਾ। ਮਹਾਰਾਜ ਮੇਰੇ ਸਾਹਮਣੇ ਕੋਈ ਤੀਰ ਚਲਾਓ ਪਾਤਸ਼ਾਹ, ਮੈਂ ਵੇਖਾਂ ਸਹੀ ਕਿ ਤੁਸੀਂ ਕਿਵੇਂ ਦੇ ਤੀਰ ਚਲਾਉਂਦੇ ਹੋ। ਸੁਨ ਬੇਨਤੀ ਪ੍ਰਭ ਧਨੁਖ ਸੰਭਾਰਾ। ਤੇ ਉਸ ਯੋਧੇ ਦੀ ਬੇਨਤੀ ਸੁਣ ਕੇ, ਹੈ ਉਹ ਯੋਧਾ ਸੀ ਖਾਲਸਾ ਜੀ, ਉਹਦੀ ਬੇਨਤੀ ਸੁਣ ਕੇ ਮਹਾਰਾਜ ਜੀ ਨੇ ਆਪਣਾ ਤੀਰ ਸਾਂਭਿਆ ਹੈ ਤੇ ਕਮਾਨ ਨੂੰ ਤਿਆਰ ਕੀਤਾ ਹੈ। ਸਰ ਕੋ ਜੋਰਤ ਐਂਚ ਉਚਾਰਾ। ਜਦੋਂ ਕਮਾਨ ਮਹਾਰਾਜ ਜੀ ਨੇ ਉੱਠ ਕੇ ਪਕੜਿਆ ਖਾਲਸਾ ਜੀਓ, ਤੇ ਕਮਾਨ ਦੇ ਨਾਲ ਜਦੋਂ ਤੀਰ ਜੋੜਿਆ ਹੈ ਤੇ ਕੰਨ ਤੱਕ ਖਿੱਚ ਕੇ ਮਹਾਰਾਜ ਚਲਾਣ ਲੱਗੇ। ਕਹੋ ਨਿਸ਼ਾਨਾ ਭੇਦੇ ਜਾਈ। ਦੱਸੋ ਖਾਨ ਜੀ ਕਿੱਥੇ ਤੀਰ ਮਾਰਨਾ ਹੈ, ਕਿਹੜੀ ਥਾਂ ਤੇ ਨਿਸ਼ਾਨਾ ਮਾਰਨਾ ਦੱਸੋ ਤੁਸੀਂ। ਜਿੱਥੇ ਤੁਸੀਂ ਕਹੋਗੇ ਤੀਰ ਉੱਥੇ ਚਲਾਵਾਂਗੇ। ਇੱਕ ਵਾਰੀ ਹੱਥ ਦਾ ਇਸ਼ਾਰਾ ਕਰ ਦੋ ਮਹਾਰਾਜ, ਤੀਰ ਉਧਰ ਚਲਾਓ। ਦੱਸੋ ਖਾਨ ਜੀ ਕਿੱਧਰ ਤੀਰ ਮਾਰਨਾ ਹੈ। ਉਹ ਜੇ ਦੂਰ ਬਚੇ ਸੋ ਨਾਈ। ਭਾਵੇਂ ਕੋਈ ਨੇੜੇ ਹੈ ਭਾਵੇਂ ਕੋਈ ਦੂਰ ਹੈ, ਜਿੱਧਰ ਆਖੋਗੇ ਤੀਰ ਚਲਾਵਾਂਗੇ ਉੱਥੇ ਹੀ ਤੇ ਨਿਸ਼ਾਨੇ ਤੇ ਤੀਰ ਵੱਜੇਗਾ।
उधर तो टस तो मस नहीं होना। हीर तरोवर ताए उचारा। दूर एक दरखत देखिया, कहन लगा महाराज ओ फलाना पेड़ है ना, ओ पेड़ दे फलानी थां ते तीर मारो। श्री प्रभु की जे वाहे प्रहारा। महाराज जी उस पेड़ दे वल तुसी तीर चलाओ, उथे एक तीर चलाना महाराज फलानी थां ते। तान कान लग तबे चलायो। धन गुरु गोबिंद सिंह महाराज ने जो तीर चा खालसा जी चंगी तरह कंन तक खिंचिया है। गयो सो बेग शूक तरुकायो। शूकदा होया तीर ओ दरखत दे वल जदों जान लगा, बोरो एंचत औरे मारा। उथे दरखत दे विच ही लग्या खालसा, जिथे उन्हें आख्या उथे तीर ओ महाराज जी ने मारिया है। ते फिर महाराज जी ने दूजा तीर कढ़ के ओनू चिल्ले ते चढ़ा के महाराज जी ने चलाया है। तीसर तिसी स्थान प्रहारा। दूजा तीर भी उसे थां ते खालसा जी गया, इक्को थां ते लग्या। तीजा तीर भी महाराज जी ने जदों कंन तक खिंच के चलाया ते ओ भी उसे थां ते वजिया है। पंच बाण एक थल मारे। फिर चौथा तीर मारिया ओ भी उसे थां ते पंजवां तीर भी खालसा उसे थां ते लग्या कि पंज तीर इक्को थां ते वजे। खालसा जी इक्को थां ते पंज तीर मारने, बाकी तीर तो डिग जाते, पर इक्को थां ते पंजो तीर धस गए। खालसा जी जदों खान सैयद ने वेख्या बड़ा हैरान होया। बिक उमराव बिस्मता तारे। बादशाह दे ऐसे तीरां दी कला वेख के ओ उमराव बड़ा हैरान होया। तनुक विद्या तुमरी धन धन है। कहन लगा बादशाह सुनिया सी अज अखी वेख लिया कि तुहाडी तनुख विद्या धन है महाराज। मैं अपनी जुबान तो आखदा महाराज तुहाडे वर्गा जोधा इस समय विच होर कोई भी नहीं है। इनते कहां बचे रिप जन है। जिथों आप जी तीर चलाउंदे जदों चलाउंदे हो ना तीर, जदों तीर चलाओगे महाराज भावें दुश्मन एक होवे, भावें दो होवे, भावें 10 होण, जेड़ा जेड़ा तीर दी रेंज विच आ गया वो 10 नू पार करके लंघ जाता है। सुने जथा अब तथा निहारे। महाराज मैं सुनिया है ना उन्हां जोधियां तो ये गुरु महाराज कलगीधर पिता धन गुरु गोबिंद सिंह महाराज उन्हां वर्गा कोई जोधा नहीं। अज महाराज अखी वेख लिया है। शत्रु हजारों उस्तति उचारे। पाशा तुहाडे दुश्मन भी तुहाडी वडियाई करदे ने। आखो सतनाम श्री वाहिगुरू। ਇਹ ਹੁੰਦੇ जोधे खालसा। दुश्मन भी जिहदी वडियाई करे ਉਹਨੂੰ ਕਹਿੰਦੇ महान तपस्वी, महान जोधे धन गुरु गोबिंद सिंह महाराज। कि दुश्मन ਨੂੰ भी दिखा देना भी तीर चला रहे हैं, जे कोई जख्मी हो गया ते पिछे सोना लग्या होया ਉਹਨੂੰ ਵੇਚ के अपना इलाज कर लै। जे कोई शहीद हो गया चढ़ाई कर गया है ते भाई ਉਹਦੇ घर वाले ਉਹਦੇ ਲਈ कफन खरीद लैन, ਉਹਦੇ संस्कार का प्रबंध कर देन। ते महाराज दुश्मन भी तुहाडे तीरां दी कला जानदा है कि तुहाडा एक एक तीर जदों चलदा है महाराज निशाने ते लगदा है, कदी खाली नहीं जाता। तेरे ओ चार घटिका कर नमो। ते 4 घड़ियां महाराज दे कोल बैठा रहा ते 4 घड़ियां बाद मत्था टेके। निज स्थान गमनियो तै समो। ते खालसा जी ओ उमराव अपनी थां ते चला गया, महाराज ने मत्था टेके ते किवें जाके बहादुर शाह बादशाह कोल गुरु दी वडियाई करेगा। ते धन गुरु गोबिंद सिंह महाराज फिर बादशाह नाल शिकार खेडण जाणगे ते उत्थे सतगुर दे खालसा ज है तां जोधे महाराज आप भी, उन्हां दे जिहड़े सिंह भी हन खालसा मेरो रूप है खास। भाई रोशन सिंह भी जदों खाल शेर दा शिकार करनगे ते ओ भी खालसा रूप हन। खालसा जी उन्हां च महाराज ने आप अपनी कला वरताई ते किवें महाराज कलगीधर पिता जी खालसा जी एक कला दिखाणगे वो आप जी समय अनुसार खालसा जी अगले प्रकरणा विखे श्रवण करना जी। इतनियां ही बेनतियां आप जी ने प्रवान करनियां। तेग बहादुर सिमरे घर नौ नित आवे धाए,
सब थाई होए सहाय। धन गुरु तेग बहादुर पातशाह, जिन्हां दा प्रकाश दिहाड़ा असी बहुत समय तो उहदी तैयारियां कर रहे हैं। ते खालसा जी वो महाराजा प्रकाश दिहाड़ा 1 मई नूं दुनिया भर विच जिथे जिथे गुरु के प्यारे हैं, नाम दे रसीए हैं, भावें कोई हिंदू है, भावें कोई सिख है, भावें कोई मुसलमान है, वो सारे मना रहे हैं। ते धन गुरु तेग बहादुर पातशाह दे प्रकाश दिहाड़े संबंध विच खालसा जीओ गुरुद्वारा दुख निवारण साहिब इस अस्थान ते भी खालसा पिछले 9 दिनों तो गुरु तेग बहादुर पातशाह जी दे पावन श्लोकां दी विचार चल रही है। ते अज खालसा जीओ अमर संचार हाल विखे जिहड़े ये समागम आरंभ होए सन, अज उन्हां दी खालसा समाप्ति है। ते अज मिति 24/4/2021 दिन शनिवार शाम 7:45 तो लैके 7:45 तो लैके 9:15 तक ये समागम होणगे, जिस विच संगती रूप विच जपजी साहिब दे पाठ, गुरु तेग बहादुर पातशाह दे श्लोकां दे खालसा जी पाठ होणगे, उपरंत महान कीर्तन होणगे ते गुरु के रागी सिंह हाजरी भरनगे। भाई साहब भाई बलविंदर सिंह जी होर गुरु के प्यारे हाजरी भरनगे। खालसा जीओ आप संगतां नूं बेनती है, खालसा जीओ आप संगतां ने अमर संचार हाल विच जिथे समागम खालसा पिछले 9 दिनों तो चल रहे हैं, आप जी ने हाजरी भरनी। इस तरह 29, 30 ਅਤੇ 1 तारीख नूं ये 3 दिना समागम गुरुद्वारा श्री मोती बाग साहिब विखे खालसा मनाया जा रहा है। तो इत्थों नगर कीर्तन आरंभ होणगे। संगती रूप विच गुरु की संगतां कीर्तन करते हुए, नाम का जाप करते हुए नगर कीर्तन के रूप विच खालसा श्री मोती बाग साहिब पूरे शहर दीयां परिक्रमा करते बाजारां चों होंदे होए उत्थे समाप्ति होवेगी। ते उत्थे 30 ਅਤੇ 1 ਦੇ समागम होणगे, जिस विच खालसा जी महान कथावाचक रागी होर गुरु के प्यारे हाजरी भरनगे। आप संगतां नूं बेनती है, तेग बहादुर सिमरिया कर नौ निध आवे धाए, सब थाई होए सहाय। गुरु तेग बहादुर पातशाह की बाणी नाल जुड़िए, उन्हां दे खालसा जीओ सिद्धांत नाल जुड़ के उन्हां दी बख्शिश अपने हिरदे च वसाइए ते गुरु पातशाह दा ये प्रकाश अपने हिरदे विच करिए। ये महाराज सब ते कृपा करन जी। इतनियां बेनतियां प्रवान करनियां, अखरवाद घाट भुल चुक दी खिमा। वाहिगुरु वाहे गुरु वाहिगुरु 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 वाहिगुरु। हे अच्युत हे पार ब्रह्म अगनासी अगनास, हे पूरन हे सर्व मैं पंजन गुणतास, हे संगी हे निरंकार, हे निर्गुण सब टेक, हे गोविंद हे गुण निधान, जाके सदा विवेक, हे अपरंपर हर हरे, पियो अनहारे, हे संत कै सदा संग, धारा आधार, हे ठाकुर हो दासरो, निर्गुण गुण नहीं कोई, नानक दीजै नाम दान, कोई है परो, आए प्रभु शरणागति, कृपा निध दयाल, एक अखर हर मन बसत, नानक होत न्याल, वाहिगुरु नाम जहाज है, चढ़े सो तेरे पार, जो श्रद्धा कर सेव दे, पारे उतार न्याल, वाहिगुरु नाम जहाज है, चढ़े सो तेरे पार, जो श्रद्धा कर सेव दे, पारे उतार न्याल। वाहिगुरु जी का खालसा, वाहिगुरु जी की फतेह।